ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ 'ਤੇ। ਆਪਾਂ ਇੰਡੀਅਨ ਇਕੋਨਮੀ, ਤੁਸੀਂ ਥੰਬਨੇਲ ਸਭ ਨੇ ਦੇਖਿਆ ਵੀ ਇਹਦੇ ਬੇਸਿਕ ਕਨਸੈਪਟਸ ਹੋਣਗੇ, ਜਿੰਨੇ ਪੀਪੀਐਸਸੀ, ਨੈਬ ਤਹਿਸੀਲਦਾਰ ਦੇ ਲਈ, ਐਸਐਸਸੀ ਜਾਂ ਫਿਰ ਕੋਈ ਵੀ ਕੰਪੀਟੀਟਿਵ ਐਗਜ਼ਾਮ ਆ, ਉਹਨੂੰ ਆਪਾਂ ਉਹਦੇ ਲਈ ਜਿੰਨੇ ਫੈਕਟ ਹੋਣਗੇ ਉਹਨਾਂ ਨੂੰ ਆਪਾਂ ਇਹੋ ਜਿਹੇ ਤਰੀਕੇ ਦੇ ਨਾਲ ਕਰਨਾ ਜਿਨ੍ਹਾਂ ਨੇ ਕਦੇ ਵੀ ਇਕੋਨਮੀ ਨਹੀਂ ਦੇਖੀ ਜਾਂ ਫਿਰ ਇਕੋਨਮੀ ਬੈਕਗਰਾਊਂਡ ਤੋਂ ਹੈ ਵੀ ਨਹੀਂ, ਬਿਲਕੁਲ ਆਰਟਸ ਨਾਲ ਪੜ੍ਹੇ ਨੇ, ਉਹਨਾਂ ਨੂੰ ਵੀ ਜਿਹੜਾ ਆਸਾਨੀ ਦੇ ਨਾਲ ਸਮਝ ਆ ਸਕੇ। ਤਾਂ ਹੀ ਆਪਾਂ ਲਿਖਿਆ ਬੜੇ ਹੀ ਆਸਾਨ ਤਰੀਕੇ ਦੇ ਨਾਲ। ਤਾਂ ਬੱਚੇ ਦੇਖੋ, ਬਾਕੀ ਵੀਡੀਓਜ਼ ਸਭ ਨੇ ਦੇਖੀਆਂ ਨੇ। ਜਿੰਨਾ ਤੁਸੀਂ ਆਪਣੇ ਚੈਨਲ ਨੂੰ ਹੁੰਗਾਰਾ ਭਰ ਰਹੇ ਹੋ, ਤੁਸੀਂ ਇੰਨੇ ਸਮੇਂ ਦੇ ਵਿੱਚ ਤਕਰੀਬਨ ਆਪਣਾ 700 ਸਬਸਕ੍ਰਾਈਬਰ ਹੋਣ ਵਾਲਾ, ਤੇ ਜਲਦੀ ਬੱਚੇ ਆਪਣੇ ਸਬਸਕ੍ਰਾਈਬਰ ਪੂਰੇ ਕਰਵਾਓ। ਜਿਹੜੇ ਚੈਨਲ ਦੇ ਉੱਤੇ ਨਵੇਂ ਆ ਤੇ ਨਹੀਂ ਹਜੇ ਤੱਕ ਸਬਸਕ੍ਰਾਈਬ ਕੀਤਾ, ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ। ਤਾਂ ਇੰਡੀਅਨ ਇਕੋਨਮੀ ਦੀ ਆਪਾਂ ਗੱਲ ਕਰਾਂਗੇ। ਬਿਲਕੁਲ ਇਹਦੇ 'ਚ ਆਪਾਂ ਜਿਹੜਾ ਕਨਸੈਪਟ ਆ ਉਹਨੂੰ ਐਗਜ਼ਾਮ ਓਰੀਐਂਟਡ ਕਰਨਾਗਾ ਕਿ ਤੁਹਾਨੂੰ ਆਸਾਨ ਤਰੀਕੇ ਦੇ ਨਾਲ ਮੈਂ ਉਹਨੂੰ ਸਮਝਾ ਸਕਾਂ। ਤੁਸੀਂ ਧਿਆਨ ਦੇ ਨਾਲ ਸਮਝਣਾ, ਕਾਪੀ ਪੈਨ ਨਾਲ ਰੱਖਿਓ ਬੱਚੇ, ਕਿਉਂਕਿ ਇਹਦੇ 'ਚ ਨੋਟ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇੱਕ ਵਾਰ ਦੇਖੇ ਤੋਂ ਸਿਰਫ ਨਹੀਂ ਸਮਝ ਲੱਗਦੀਆਂ। ਕਿਉਂਕਿ ਇਹ ਕਲਾਸ ਦਾ PDF ਨਹੀਂ ਹੈਗਾ, ਬਿਕੋਜ਼ ਮੈਂ ਤੁਹਾਨੂੰ ਸਾਰਾ ਰਿਟਨ 'ਚ ਕਰਵਾ ਰਿਹਾ ਖੁਦ ਤੋਂ। ਓਕੇ, ਤਾਂ ਕਰਕੇ ਤੁਸੀਂ ਇਹਨੂੰ ਧਿਆਨ ਦੇ ਨਾਲ ਦੇਖਿਓ। ਦੇਖੋ ਬੱਚੇ, ਆਪਾਂ ਸਭ ਤੋਂ ਪਹਿਲਾਂ ਹੁੰਦਾ ਵੀ ਆਪਾਂ ਜਦੋਂ ਇਕੋਨਮੀ ਦੀ ਗੱਲ ਕਰਦੇ ਹਾਂ ਤਾਂ ਹੁਣ ਇਹਦੇ ਬਾਰੇ ਪੁਆਇੰਟ ਕੀ ਸਾਹਮਣੇ ਆਉਂਦਾ। ਤਾਂ ਹੁਣ ਜਦੋਂ ਸਾਨੂੰ ਪਤਾ ਵੀ ਇਕੋਨਮੀ ਪੰਜਾਬੀ ਦੇ ਵਿੱਚ ਅਸੀਂ ਇਹਨੂੰ ਕੀ ਕਹਿ ਦਿੰਦੇ ਹਾਂ, ਅਰਥ ਸ਼ਾਸਤਰ। ਹੁਣ ਬਹੁਤ ਬੱਚੇ ਇਹੋ ਜਿਹੇ ਨੇ ਜਿਹੜੇ ਅਰਥ ਸ਼ਾਸਤਰ ਵਾਲੇ ਨੇ, ਉਹ ਕਹਿ ਦਿੰਦੇ ਵੀ ਜੀ ਕੌਟਲਿਆ ਨੇ ਅਰਥ ਸ਼ਾਸਤਰ ਲਿਖੀ ਆ, ਵਿਸ਼ਨੂੰ ਗੁਪਤ ਜਾਂ ਉਹਨਾਂ ਦਾ ਨਾਮ ਆ ਨਾ ਚਾਣਕਿਆ, ਵੀ ਉਹਨਾਂ ਨੇ ਲਿਖੀ ਆ, ਤਾਂ ਉਹ ਫਾਦਰ ਨੇ ਇਕੋਨਮੀ ਦੇ। ਨਹੀਂ ਬੱਚੇ, ਜਿਹੜੀ ਉਹਨਾਂ ਦੀ ਅਰਥ ਸ਼ਾਸਤਰ ਆ ਉਹ ਪੋਲੀਟੀਕਲ ਤਰੀਕੇ ਦੇ ਨਾਲ ਸੀ, ਕਿਉਂਕਿ ਉਹ ਰਾਜਾ ਬਣਾਉਣਾ ਚਾਹੁੰਦੇ ਸੀ ਔਰ ਆਪਣਾ ਬਦਲਾ ਪੂਰਾ ਕਰਨਾ ਚਾਹੁੰਦੇ ਸੀ। ਤਾਂ ਕਰਕੇ ਉਹਨਾਂ ਨੂੰ ਫਾਦਰ ਨਹੀਂ ਮੰਨਿਆ ਜਾਂਦਾ। ਤਾਂ ਇਹਦਾ ਫਾਦਰ ਜਿਹੜਾ ਮੰਨਿਆ ਜਾਂਦਾ ਅਰਥ ਸ਼ਾਸਤਰ ਦਾ, ਉਹ ਕਿਹਨੂੰ ਮੰਨਿਆ ਜਾਂਦਾ? ਉਹ ਮੰਨਿਆ ਜਾਂਦਾ ਐਡਮ ਸਮਿਥ ਨੂੰ। ਆ ਇੱਕ ਬੇਸਿਕ ਫੈਕਟ ਆ ਸਭ ਤੋਂ ਪਹਿਲਾਂ ਪੜ੍ਹਨ ਦਾ। ਇਕੋਨਮੀ ਕੀ ਹੁੰਦੀ ਆ ਇਹਦੇ ਬਾਰੇ ਮੈਂ ਬੱਚੇ ਪਹਿਲਾਂ ਤੋਂ ਵੀਡੀਓਜ਼ ਪਾਈਆਂ ਹੋਈਆਂ ਨੇ, ਤੁਸੀਂ ਚੈਨਲ ਦੇ ਉੱਤੇ ਇਕੋਨਮੀ ਵਾਲੀ ਪਲੇਲਿਸਟ ਦੇ ਵਿੱਚ ਉਹਨਾਂ ਨੂੰ ਦੇਖ ਸਕਦੇ ਹੋ। ਓਕੇ, ਤਾਂ ਹੁਣ ਇਹਦੇ 'ਚ ਦੇਖੋ, ਇਕੋਨਮੀ ਦੇ ਵਿੱਚ ਕੀ ਹੁੰਦਾ, ਬਸ ਇਹ ਹੁੰਦਾ ਵੀ ਸਾਡੇ ਕੋਲ ਪੈਸਾ ਜਿਹੜਾ ਉਹ ਇੱਕ ਲਿਮਟਡ ਆ, ਪਰ ਜਿਹੜੀਆਂ ਸਾਡੀਆਂ ਲੋੜਾਂ ਨੇ ਉਹ ਅਨਲਿਮਟਡ ਨੇ। ਅਸੀਂ ਘੱਟ ਤੋਂ ਘੱਟ ਪੈਸਾ ਖਰਚ ਕਰਕੇ ਆਪਣੀਆਂ ਜ਼ਿਆਦਾ ਤੋਂ ਜ਼ਿਆਦਾ ਲੋੜਾਂ ਨੂੰ ਸੈਟਿਸਫਾਈ ਕਿਵੇਂ ਕਰ ਸਕਦੇ ਹਾਂ, ਬਸ ਇਹ ਸਾਰੇ ਪ੍ਰੋਸੈਸ ਸਿਖਾਉਂਦੇ ਆ, ਜਾਂ ਜਿਵੇਂ ਅਸੀਂ ਇਹਦੇ 'ਚ ਡੀਲ ਕਰਦੇ ਹਾਂ ਉਹਨੂੰ ਅਸੀਂ ਇਕੋਨਮੀ ਕਹਿ ਦਿੰਦੇ ਹਾਂ। ਇਹਦੇ 'ਚ ਹੁੰਦਾ ਕੀ ਆ, ਇਹਦੇ 'ਚ ਬਸ ਇਹ ਹੁੰਦਾ ਵੀ ਪਹਿਲਾਂ ਤਾਂ ਅਸੀਂ ਪ੍ਰੋਬਲਮ ਕੀ ਹੁੰਦੀਆਂ ਜਿਹੜੀਆਂ ਕਿ ਇਹਦੇ 'ਚ ਸੈਂਟਰ ਪ੍ਰੋਬਲਮ ਆਉਂਦੀਆਂ ਨੇ ਕਿ ਅਸੀਂ ਕੀ ਪ੍ਰੋਡਿਊਸ ਕਰਨਾ। ਪਹਿਲੀ ਸਮੱਸਿਆ ਤਾਂ ਇਹੀ ਆਉਂਦੀ ਆ, ਇਹ ਵੀ ਸਾਨੂੰ ਇਕੋਨਮੀ ਦੱਸਦੀ ਆ, ਚੁਆਇਸ ਆਫ ਪ੍ਰੋਡਕਟ। ਫਿਰ ਦੂਸਰਾ ਹੁੰਦਾ ਵੀ ਕਿਵੇਂ ਪੈਦਾ ਕਰਨਾ ਸੀ, ਵੀ ਇਹਦੇ 'ਚ ਸਾਨੂੰ ਲੇਬਰ ਜ਼ਿਆਦਾ ਲਾਉਣੀ ਪਊਗੀ ਜਾਂ ਫਿਰ ਸਾਡਾ ਪੈਸਾ ਜ਼ਿਆਦਾ ਲੱਗੂਗਾ ਮਸ਼ੀਨਾਂ ਲਈ, ਤਾਂ ਦੂਸਰਾ ਇਹ ਪ੍ਰੋਬਲਮ ਆ ਜਾਂਦੀ ਹੈ। ਤੀਸਰਾ ਵੀ ਜਿਹੜੀ ਚੀਜ਼ ਅਸੀਂ ਪੈਦਾ ਕਰ ਰਹੇ ਹਾਂ ਤਾਂ ਕਿੰਨਾਂ ਦੇ ਲਈ ਪੈਦਾ ਕਰਨੀ ਆ। ਜਿਵੇਂ ਕਿ ਮੰਨ ਲਓ, ਸਪੋਜ਼ ਕਰੋ ਵੀ ਤੁਸੀਂ ਇਹੋ ਜਿਹੇ ਇਲਾਕੇ ਦੇ ਵਿੱਚ ਰਹਿੰਦੇ ਹੋ ਜਿੱਥੇ ਬਿਲਕੁਲ ਸੀਨੀਅਰ ਪਰਸਨ ਰਹਿੰਦੇ ਆ ਜਾਂ ਫਿਰ ਲੇਡੀਜ਼ ਰਹਿੰਦੀਆਂ ਨੇ, ਠੀਕ ਆ, ਪਰ ਤੁਸੀਂ ਚੀਜ਼ਾਂ ਬਣਾ ਰਹੇ ਹੋ ਸਪੋਰਟਸ ਦੀਆਂ, ਤਾਂ ਉੱਥੇ ਬੱਚੇ ਹੈ ਉਹ ਨਹੀਂ, ਤਾਂ ਤੁਸੀਂ ਕਿੰਨਾਂ ਦੇ ਲਈ ਪੈਦਾ ਕਰਨਾ ਜਾਂ ਕਿਹੜੀ ਜਗ੍ਹਾ 'ਤੇ ਕਿਵੇਂ ਦਾ ਚੀਜ਼ ਪੈਦਾ ਕਰਨੀ ਹੈ। ਤਾਂ ਇਹੋ ਜਿਹੀਆਂ ਚੁਆਇਸ ਆਫ ਕੈਟਾਗਰੀ, ਕੰਜ਼ਿਊਮਰ ਵਗੈਰਾ, ਇਹ ਚੀਜ਼ਾਂ ਆ ਜਾਂਦੀਆਂ ਨੇ ਜਿਹੜੀਆਂ ਇਹਦੀਆਂ ਸੈਂਟਰ ਜਾਣੀ ਕਿ ਕੇਂਦਰੀ ਪ੍ਰੋਬਲਮ ਹੁੰਦੀਆਂ ਨੇ। ਤਾਂ ਇਹ ਚੀਜ਼ਾਂ ਹੁੰਦੀਆਂ, ਤਾਂ ਇਹਨਾਂ ਨੂੰ ਹੀ ਜਿਹੜੀਆਂ ਚੀਜ਼ਾਂ ਸਿਖਾਉਂਦੀ ਆ ਸਾਨੂੰ, ਉਹਨੂੰ ਅਸੀਂ ਕਹਿ ਦਿੰਦੇ ਹਾਂ ਇਕੋਨਮੀ। ਤਾਂ ਹੁਣ ਇਕੋਨਮੀ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੋ ਵਿਚਾਰਧਾਰਾਵਾਂ ਚੱਲੀਆਂ ਸੀਗੀਆਂ ਦੁਨੀਆ ਦੇ ਵਿੱਚ। ਇੰਡੀਆ ਤਾਂ ਮਿਕਸ ਇਕੋਨਮੀ ਆ, ਤੁਹਾਨੂੰ ਇਹਦਾ ਮੈਂ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਆਲਰੇਡੀ ਦੱਸ ਚੁੱਕਿਆ। ਇੱਕ ਕੈਪੀਟਲਿਜ਼ਮ ਹੁੰਦੀ ਆ, ਦੂਸਰੀ ਸੋਸ਼ਲਿਜ਼ਮ ਹੁੰਦੀ ਆ। ਦੇਖੋ ਬੱਚੇ, ਇਹ ਕਿੰਨੇ ਤਰ੍ਹਾਂ ਦੀ ਆ? ਦੋ ਤਰ੍ਹਾਂ ਦੀ ਹੁੰਦੀ ਆ। ਇੱਕ ਤਾਂ ਹੁੰਦੀ ਆ ਕੈਪੀਟਲਿਜ਼ਮ। ਬੱਚੇ ਦੇਖੋ, ਮੈਂ ਜਮਾਂ ਤੁਹਾਨੂੰ ਆਸਾਨ ਸ਼ਬਦਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੂੰਗਾ, ਤਾਂ ਤੁਸੀਂ ਅਗਰ ਨਾ ਵੀ ਇੱਕ ਵਾਰ ਤੋਂ ਕਿਸੇ ਨੂੰ ਜਿਹਦਾ ਨਹੀਂ ਬੈਕਗਰਾਊਂਡ ਹੁੰਦਾ ਤੁਹਾਨੂੰ ਇੱਕ ਵਾਰ 'ਚ ਪ੍ਰੋਪਰ ਸਮਝ ਆ ਜਾਊਗਾ, ਪਰ ਜਿਹਨੂੰ ਫਿਰ ਵੀ ਨਾ ਆਇਆ ਨਾ, ਤਾਂ ਦੁਬਾਰੇ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ। ਵੈਸੇ ਆਪਣੇ ਕੋਲ ਟਾਈਮ ਲਿਮਟਡ ਜਿਹਾ ਹੀ ਹੁੰਦਾ, ਪਾਵਰ ਕੱਟ ਬਹੁਤ ਲੱਗਦੇ ਆ, ਤਾਂ ਕਰਕੇ ਮੈਂ ਜਲਦ ਤੋਂ ਜਲਦ ਵੀਡੀਓ ਨੂੰ ਥੋੜ੍ਹਾ ਜਿਹਾ ਸਪੀਡ ਦੇ ਨਾਲ ਕਰਵਾਉਣ ਦੀ ਕੋਸ਼ਿਸ਼ ਕਰਦਾ। ਹੁਣ ਜਿਹੜਾ ਕੈਪੀਟਲਿਜ਼ਮ ਹੁੰਦੀ ਆ, ਇਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਪੂੰਜੀਵਾਦ, ਠੀਕ ਆ। ਹੁਣ ਪੂੰਜੀਵਾਦ ਦਾ ਕੰਸੈਪਟ ਕੀ ਆ? ਬਸ ਇਹ ਸਿੱਧਾ ਇਹਦੇ ਹੋਰ ਨਾਮ ਕੀ ਨੇ? ਇਹਨੂੰ ਅਸੀਂ ਫ੍ਰੀ ਮਾਰਕੀਟ ਵੀ ਕਹਿੰਦੇ ਆ, ਸੌਰੀ ਫ੍ਰੀ ਇਕੋਨਮੀ, ਜਾਂ ਫਿਰ ਮਾਰਕੀਟ ਇਕੋਨਮੀ ਵੀ ਕਹਿੰਦੇ ਆ ਇਹਦੇ ਹੋਰ ਨਾਮ ਨੇ ਜਿਨ੍ਹਾਂ ਨਾਮਾਂ ਦੇ ਨਾਲ ਇਹਨੂੰ ਜਾਣਿਆ ਜਾਂਦਾ। ਤਾਂ ਹੁਣ ਇਹਦੀ ਸਭ ਤੋਂ ਵੱਡੀ ਇੱਕ ਐਗਜ਼ਾਮਪਲ ਯਾਦ ਕਰ ਲਿਓ। ਐਗਜ਼ਾਮਪਲ ਇਹਦੀ ਹੈਗੀ ਆ USA, ਠੀਕ ਆ। ਹੁਣ ਇਹਦੇ 'ਚ ਬਸ ਇੱਕ ਕੰਸੈਪਟ ਸਮਝੋ ਵੀ ਇਹਦੇ 'ਚ ਹੁੰਦਾ ਕੀ ਆ। ਹੁਣ ਕੈਪੀਟਲਿਜ਼ਮ ਆ ਜਿਹੜਾ ਪੂੰਜੀਵਾਦ, ਹੁਣ USA ਦੇ ਵਿੱਚ ਕਿਹੜਾ ਮਾਡਲ ਚੱਲਦਾ? ਉਹਦੇ 'ਚ ਪ੍ਰਾਈਵੇਟ ਮਾਡਲ ਆ। ਮਤਲਬ ਕਿ ਉਹ ਕਹਿੰਦੇ ਨੇ ਵੀ ਜਿਹੜੀ ਸਰਕਾਰ ਆ, ਠੀਕ ਆ, ਤਾਂ ਸਰਕਾਰ ਦਾ ਰੋਲ ਜਮ੍ਹਾਂ ਨਹੀਂ ਹੋਣਾ ਚਾਹੀਦਾ ਮਾਰਕੀਟ ਦੇ ਵਿੱਚ। ਸਰਕਾਰ ਬਸ ਇੱਕ ਨਾਈਟ ਵਾਚਮੈਨ ਦੀ ਤਰ੍ਹਾਂ ਕੰਮ ਕਰਨੀ ਚਾਹੀਦੀ ਹੈ ਸਾਡੇ, ਅਤੇ ਬਾਜ਼ਾਰ ਦੇ ਵਿੱਚ ਪ੍ਰਾਈਵੇਟ ਸਿਸਟਮ ਹੋਣਾ ਚਾਹੀਦਾ। ਇਹ ਕੈਪੀਟਲਿਜ਼ਮ ਦੇ ਵਿੱਚ ਕੀ ਹੁੰਦਾ? ਪ੍ਰੋਪਰ ਆਪਾਂ ਕੀ ਕਹਾਂਗੇ ਉਹਨੂੰ? ਪ੍ਰਾਈਵੇਟ, ਠੀਕ ਆ। ਇਹਦੇ 'ਚ ਪੂਰੀਆਂ ਚੀਜ਼ਾਂ ਪ੍ਰਾਈਵੇਟ ਹੁੰਦੀਆਂ ਨੇ।
ਜੇ ਇਹ ਕਹਿੰਦੇ ਵੀ ਜੇ ਪ੍ਰਾਈਵੇਟ ਹੋਣਗੀਆਂ ਤਾਂ ਉਹਨਾਂ ਦੇ ਵਿੱਚ ਕੰਪੀਟੀਸ਼ਨ ਵਧੂਗਾ। ਹੁਣ ਜੇ ਕੰਪੀਟੀਸ਼ਨ ਵਧੂਗਾ ਤਾਂ ਉਹਦੇ 'ਚ ਰੇਟ ਆ ਜਿਹੜਾ ਉਹ ਡਿੱਗੂਗਾ ਔਰ ਜਿਹੜੀ ਚੀਜ਼ ਦੀ ਕੁਆਲਿਟੀ ਆ ਉਹ ਵਧੂਗੀ। ਕਿਉਂਕਿ ਤੁਸੀਂ ਦੇਖਿਆ ਹੋਊਗਾ ਆਪਣਾ ਕਿਸੇ ਵੀ ਚੀਜ਼ ਦੇ ਵਿੱਚ ਲਾ ਲਓ, ਤੁਹਾਡੇ ਪਿੰਡ ਦੇ ਵਿੱਚ ਕੋਈ ਇੱਕ ਚੀਜ਼ ਵਿਕਦੀ ਆ, ਸਪੋਜ਼ ਕਰੋ ਕੋਈ ਬਰਗਰ ਹੀ ਬਣਾਉਂਦਾ ਤੁਹਾਡੇ ਪਿੰਡ, ਠੀਕ ਆ, ਅਤੇ ਉਹ ਤੁਹਾਨੂੰ ਪਹਿਲਾਂ ਪੈ ਰਿਹਾ 40-50 ਰੁਪਏ ਦੇ ਵਿੱਚ। ਜੇ ਉਹਦੀ ਮਰਜ਼ੀ ਆ ਵੀ ਜਿਹੋ ਜਿਹੀ ਕੁਆਲਿਟੀ ਦੇਣੀ ਚਾਹੁੰਦਾ, ਤੁਸੀਂ ਸ਼ਹਿਰ ਜਾਣ ਦੀ ਬਜਾਏ ਉਸੇ ਨੂੰ ਹੀ ਪ੍ਰੈਫਰ ਕਰਦੇ ਹੋ ਵੀ ਅਸੀਂ ਇਹਨੂੰ ਹੀ ਖਾ ਲਈਏ। ਪਰ ਉਹ ਤੋਂ ਬਿਨਾਂ ਅਗਰ ਤੁਹਾਡੇ 2 ਤੋਂ 3 ਉਹੋ ਜਿਹੇ ਬਣਾਉਣ ਵਾਲੇ ਹੋਰ ਆ ਜਾਣ ਜਿਹੜੇ ਕਹਿਣ ਵੀ ਅਸੀਂ ਉਹਦੇ ਨਾਲੋਂ ਤੁਹਾਨੂੰ ਨਾਲੇ, ਕਿਉਂਕਿ ਇੱਕ ਤਾਂ ਨਵੇਂ ਹੁੰਦੇ ਆ, ਉਹਨਾਂ ਨੇ ਆਪਦਾ ਨਾਮ ਬਣਾਉਣਾ ਹੁੰਦਾ, ਮਾਰਕੀਟ ਬਣਾਉਣੀ ਹੁੰਦੀ ਆ, ਦੈਨ ਉਹ ਨਾਲੇ ਤਾਂ ਪ੍ਰਾਈਸ ਘੱਟ ਦੇਣਗੇ, ਨਾਲੇ ਪਹਿਲਾਂ ਉਹ ਕੁਆਲਿਟੀ ਜ਼ਿਆਦਾ ਦੇਣਗੇ। ਜਦੋਂ ਫਿਰ ਉਹੀ ਤੁਹਾਨੂੰ ਚੀਜ਼ 20 ਤੋਂ 30 ਰੁਪਏ ਦੇ ਵਿੱਚ ਮਿਲਣ ਲੱਗ ਗਈ, ਕੁਆਲਿਟੀ ਬੈਟਰ ਮਿਲਣ ਲੱਗ ਗਈ, ਤਾਂ ਤੁਸੀਂ ਆਟੋਮੈਟਿਕਲੀ ਉਹਦੇ 'ਤੇ ਸ਼ਿਫਟ ਹੋ ਜਾਓਗੇ। ਅਤੇ ਜਿਹੜਾ ਪਹਿਲਾਂ ਵਾਲਾ ਸੀ ਉਹਨੂੰ ਵੀ ਫਿਰ ਉਹਦੇ ਮੁਕਾਬਲੇ ਦੇ ਵਿੱਚ ਉਹਨੂੰ ਟੱਕਰ ਦੇਣ ਦੇ ਲਈ ਕੀ ਕਰਨਾ ਪੈਣਾ, ਆਪਦੀ ਕੁਆਲਿਟੀ ਇੰਪਰੂਵ ਕਰਨੀ ਪੈਣੀ ਹੈ ਔਰ ਪ੍ਰਾਈਸ ਨੂੰ ਮੇਨਟੇਨ ਕਰਨਾ ਪੈਣਾ ਉਹਨਾਂ ਦੇ ਅਕੋਰਡਿੰਗਲੀ, ਵੀ ਤਾਂ ਜੋ ਉਹਦੇ ਕਸਟਮਰ ਨੇ ਜਿਹੜੇ ਉਹ ਉਹਦੇ ਤੱਕ ਬਣੇ ਰਹਿਣ। ਤਾਂ ਇਹ ਚੀਜ਼ ਹੁੰਦੀ ਹੈ ਕੈਪੀਟਲਿਜ਼ਮ ਦੇ ਵਿੱਚ। ਇਹਨਾਂ ਦਾ ਇਹ ਫੰਡਾ ਹੁੰਦਾ ਵੀ ਕੰਪੀਟੀਸ਼ਨ ਵਧੂਗਾ, ਰੇਟ ਡਿੱਗੂਗਾ, ਕੁਆਲਿਟੀ ਇੰਪਰੂਵ ਹੋਊਗੀ ਔਰ ਇਹਦੇ 'ਚ ਜ਼ਿਆਦਾ ਸੈਟੀਸਫਾਈ ਹੋਊਗਾ ਕੰਜ਼ਿਊਮਰ ਜਾਂ ਫਿਰ ਕਸਟਮਰ ਹੋਊਗਾ ਜਿਹੜਾ ਉਹ ਪੂੰਜੀਵਾਦ ਸਿਸਟਮ ਦੇ ਵਿੱਚ ਜ਼ਿਆਦਾ ਆਪਣਾ ਸੈਟੀਸਫਾਈ, ਸੰਤੁਸ਼ਟ ਹੋਊਗਾ। ਇਹ ਕੈਪੀਟਲਿਜ਼ਮ ਵਾਲਿਆਂ ਦੀ ਬੇਸਿਕ ਫੰਡਾ ਹੁੰਦਾ। ਤਾਂ ਹੁਣ ਆਪਾਂ ਕੈਪੀਟਲਿਜ਼ਮ ਦੇ ਬਾਰੇ 2-4 ਫੈਕਟ ਹੋਰ ਕਰ ਲੈਂਦੇ ਹਾਂ। ਬਸ ਤੁਸੀਂ ਇੰਨਾ ਕੁ ਹੀ ਪੜ੍ਹਨਾ ਇਹਦੇ ਬਾਰੇ। ਜੇ ਤੁਹਾਨੂੰ ਕੋਈ ਇਹਦੇ ਬਾਰੇ ਫੈਕਟ ਆਉਂਦਾ ਤਾਂ ਤੁਸੀਂ ਇੰਨਾ ਕੁ ਕਰਕੇ ਆਪਦਾ ਕੰਮ ਚਲਾ ਸਕਦੇ ਹੋ। ਤਾਂ ਕੈਪੀਟਲਿਜ਼ਮ ਪਹਿਲਾਂ ਇਹਦੇ ਨਾਮ ਸੀ ਜਿਹੜੇ ਉੱਤੇ ਤੁਸੀਂ ਦੇਖ ਹੀ ਲਏ। ਐਗਜ਼ਾਮਪਲ ਇਹਦੀ ਕੀ ਆ, USA ਆ, ਤੁਹਾਨੂੰ ਇਹ ਵੀ ਪਤਾ ਲੱਗ ਗਿਆ। ਹੁਣ ਦੇਖੋ ਇਹਦਾ ਸਾਰਿਆਂ ਨੂੰ ਪਹਿਲਾਂ ਇਹ ਕਿੱਥੇ ਪਹਿਲੀ ਵਾਰੀ ਟਰਾਈ ਕਿੱਥੇ ਕੀਤੀ ਗਈ ਸੀ? ਇਹ ਫਸਟ ਟਰਾਈ ਹੀ ਇਹਦਾ USA ਦੇ ਵਿੱਚ ਕੀਤਾ ਗਿਆ ਸੀ 1777। ਓਕੇ, ਇਦੋਂ ਬਾਅਦ ਉਦੋਂ ਤੱਕ ਕੀਤਾ ਗਿਆ ਅਤੇ ਇਹ 1929 ਤੱਕ ਜਦੋਂ ਗ੍ਰੇਟ ਸਾਰੀ ਦੁਨੀਆ ਦੇ ਵਿੱਚ ਮਹਾਮੰਦੀ ਆਈ ਸੀ 1929 ਦੇ ਵਿੱਚ, ਉਦੋਂ ਤੱਕ ਇਹ ਸਿਸਟਮ ਇਹਨਾਂ ਦਾ ਪੂਰਾ ਵਧੀਆ ਚੱਲਦਾ ਰਿਹਾ, ਬੈਸਟ ਮੈਥਡ ਚੱਲਦਾ ਰਿਹਾ। ਤਾਂ ਫਿਰ ਜਦੋਂ ਇਹ ਵੀ ਫੇਲ ਕਰ ਗਿਆ 1929 ਦੇ ਵਿੱਚ, ਇਹ ਸਿਸਟਮ ਇਹਨਾਂ ਦਾ ਫਲੋਪ ਹੋ ਗਿਆ ਜਮਾਂ, ਇਹਨਾਂ ਦੀ ਸ਼ੇਅਰ ਮਾਰਕੀਟ ਜਮਾਂ ਡਿੱਗ ਗਈ। ਤਾਂ ਫਿਰ ਇਹ ਤੋਂ ਬਾਅਦ ਲੋਕਾਂ ਨੂੰ, ਜਿਵੇਂ ਰਸ਼ੀਆ ਪਾਵਰ ਉੱਥੋਂ ਉਸ ਸਮੇਂ ਸਭ ਤੋਂ ਵੱਡੀ ਸੀ USSR, ਤਾਂ ਠੀਕ ਆ, ਤਾਂ ਉਹ ਉਸ ਟਾਈਮ ਉਹਨੇ ਸੋਚਿਆ ਵੀ ਜਦੋਂ ਇਹਨਾਂ ਦੀ ਇਹ ਮਾਰਕੀਟ ਡਿੱਗ ਸਕਦੀ ਹੈ ਤਾਂ ਇਹ ਤੋਂ ਬਿਨਾਂ ਇੱਕ ਹੋਰ ਸਿਸਟਮ ਵੀ ਹੋਣਾ ਚਾਹੀਦਾ, ਵੀ ਪ੍ਰਾਈਵੇਟ ਸਿਸਟਮ ਤਾਂ ਡੁੱਬੂਗਾ ਤਾਂ ਵੀ ਆਪਾਂ ਨੂੰ ਇੱਕ ਨਾਲ ਪ੍ਰਾਈਵੇਟ ਮੈਥਡ ਚਾਹੀਦਾ। ਤਾਂ ਉਹਨਾਂ ਨੇ ਕਿਹਾ ਵੀ ਸੋਸ਼ਲਿਜ਼ਮ, ਪ੍ਰਾਈਵੇਟ ਨਹੀਂ, ਸਰਕਾਰੀ ਚੀਜ਼ ਹੋਣੀ ਚਾਹੀਦੀ ਆ। ਤਾਂ ਉਹਨਾਂ ਨੇ ਫਿਰ ਅਪਣਾ ਲਿਆ ਸੋਸ਼ਲਿਜ਼ਮ, ਜਾਣੀ ਕਿ ਸਮਾਜਵਾਦ। ਉਹਦੀ ਇਹ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਕਰਾਂਗੇ। ਤਾਂ ਹੁਣ ਇਹਦੇ 'ਚ ਇਹਦਾ ਫਾਦਰ ਵੀ ਮੰਨਿਆ ਜਾਂਦਾ ਐਡਮ ਸਮਿਥ ਨੂੰ। ਹੁਣ ਐਡਮ ਸਮਿਥ ਕੌਣ ਆ? ਇਹੀ ਫਾਦਰ ਆ ਇਕੋਨਮੀ ਦਾ, ਠੀਕ ਆ। ਐਡਮ ਸਮਿਥ ਨੂੰ ਹੀ ਫਾਦਰ ਕਿਹਦਾ ਮੰਨਿਆ ਜਾਂਦਾ? ਕੈਪੀਟਲਿਜ਼ਮ, ਜਾਣੀ ਕਿ ਪੂੰਜੀਵਾਦ ਦਾ। ਤਾਂ ਇਹਨੇ ਕਹਿਤਾ ਸੀ ਵੀ ਬਾਜ਼ਾਰ ਦੇ ਵਿੱਚ ਪੂੰਜੀਵਾਦੀ ਸਿਸਟਮ ਹੋਣਾ ਚਾਹੀਦਾ। ਹੁਣ ਇਹਦੇ 'ਚ ਫੀਚਰ ਕੀ ਹੁੰਦੇ ਆ? ਇੱਕ ਤਾਂ ਇਹਦੇ 'ਚ ਸਾਰੀ ਪ੍ਰਾਈਵੇਟ ਓਨਰਸ਼ਿਪ ਹੁੰਦੀ ਆ, ਠੀਕ ਆ, ਪ੍ਰਾਈਵੇਟ ਓਨਰਸ਼ਿਪ ਆ। ਦੂਸਰਾ ਇਹਦੇ 'ਚ ਮੁਕਾਬਲਾ ਜਾਂ ਫਿਰ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ ਔਰ ਇਹਦੇ ਨਾਲ ਇਨਇਕੁਅਲਿਟੀ ਵੱਧਦੀ ਆ, ਜਾਣੀ ਕਿ ਅਸਮਾਨਤਾ ਵੱਧਦੀ ਆ। ਅਮੀਰ ਹੋਰ ਅਮੀਰ ਹੋਈ ਜਾਊਗਾ, ਗਰੀਬ ਇਹਦੇ 'ਚ ਗਰੀਬ ਹੋਈ ਜਾਊਗਾ। ਔਰ ਇਹਦੇ 'ਚ ਕੀ ਹੁੰਦਾ? ਟਾਰਗੇਟ ਕੀ ਹੁੰਦਾ? ਚਾਹੇ ਤਾਂ ਕਸਟਮਰ ਆ, ਚਾਹੇ ਕੋਈ ਵੀ ਆ, ਇਹਦੇ 'ਚ ਟਾਰਗੇਟ ਹੁੰਦਾ ਮੈਕਸਿਮਮ ਪ੍ਰੋਫਿਟ ਅਰਨ ਕਰਨਾ। ਮਤਲਬ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਮੁਨਾਫਾ ਕਿਹੜੇ ਤਰੀਕੇ ਦੇ ਨਾਲ ਮਿਲੂਗਾ, ਇਹਦੇ 'ਚ ਮੈਥਡ ਬੇਸਿਕਲੀ ਇਹ ਹੁੰਦਾ ਇਹਨਾਂ ਦਾ। ਤਾਂ ਆਹ ਹੁੰਦਾ ਇਹਦੇ 'ਚ ਟਾਰਗੇਟ। ਆਹ ਤਾਂ ਤੁਹਾਨੂੰ ਪਤਾ ਲੱਗ ਗਿਆ। ਔਰ ਇਹਦੇ 'ਤੇ ਫੋਕਸ ਕੀਤਾ ਜਾਂਦਾ ਵੈਲਥ ਦੇ ਉੱਤੇ। ਡਨ। ਹੁਣ ਜਿਹੜਾ ਇਹਦੇ 'ਚ ਪ੍ਰਾਈਸ ਵਗੈਰਾ ਹੁੰਦਾ ਉਹ ਕਿਹਦੇ ਦੁਆਰਾ ਤੈਅ ਕੀਤਾ ਜਾਂਦਾ? ਹੁਣ ਦੇਖੋ ਜੇ ਪ੍ਰਾਈਵੇਟ ਆ ਤਾਂ ਪ੍ਰਾਈਵੇਟ ਦਾ ਜਿਹੜਾ ਰੇਟ ਆ ਉਹ ਸਰਕਾਰ ਥੋੜ੍ਹੀ ਤੈਅ ਕਰੂਗੀ, ਠੀਕ ਆ। ਤਾਂ ਇਹਦਾ ਪ੍ਰਾਈਵੇਟ ਕਾਹਦੇ ਨਾਲ ਤੈਅ ਕਰਦਾ? ਡਿਮਾਂਡ ਐਂਡ ਸਪਲਾਈ ਬੇਸ 'ਤੇ। ਡਿਮਾਂਡ ਐਂਡ ਸਪਲਾਈ। ਹੁਣ ਦੇਖੋ ਜੇ ਡਿਮਾਂਡ ਜ਼ਿਆਦਾ ਆ ਤਾਂ ਉਹ ਚੀਜ਼ ਦਾ ਰੇਟ ਵੀ ਵਧੂਗਾ। ਹੁਣ ਜੇ ਸਪਲਾਈ ਘੱਟ ਆ, ਰੇਟ ਤਾਂ ਵੀ ਵਧੂਗਾ। ਤਾਂ ਕਰਕੇ ਇਹ ਚੀਜ਼ਾਂ ਨੇ ਜਿਹੜੀਆਂ ਡਿਮਾਂਡ ਐਂਡ ਸਪਲਾਈ, ਜੇ ਡਿਮਾਂਡ ਡਿੱਗੀ, ਸਪਲਾਈ ਘੱਟ ਗਈ ਤਾਂ ਵੀ ਰੇਟ ਦਾ ਫਰਕ ਪਊਗਾ। ਮਤਲਬ ਇਹ ਤਾਂ ਇੱਕ ਸਿੰਪਲ ਚੀਜ਼ਾਂ ਨੇ ਬੱਚੇ, ਤੁਸੀਂ ਪੜ੍ਹਿਆ ਚਾਹੇ ਨਹੀਂ ਪੜ੍ਹਿਆ, ਇਹ ਤਾਂ ਬਾਜ਼ਾਰ ਦੀ ਇੱਕ ਆਮ ਸਿੰਪਲ ਗੱਲਬਾਤ ਆ। ਤਾਂ ਕੈਪੀਟਲਿਜ਼ਮ ਦੇ ਬਾਰੇ ਜਿੰਨੇ ਕੁ ਪੁਆਇੰਟਸ ਸੀ ਤੁਹਾਨੂੰ ਇੱਥੇ ਮੈਂ ਤੁਹਾਨੂੰ ਦੱਸਿਆ, ਤੁਹਾਡਾ ਇੰਨੇ ਦੇ ਨਾਲ ਇਹਦੇ ਨਾਲ ਕੰਮ ਚੱਲ ਜੂਗਾ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਬਸ। ਇਸ ਤੋਂ ਬਾਅਦ ਇੱਕ ਦੂਸਰੀ ਵਿਚਾਰਧਾਰਾ ਵੀ ਆ, ਉਹਨੂੰ ਕਹਿੰਦੇ ਆ ਸੋਸ਼ਲਿਜ਼ਮ। ਹੁਣ ਸੋਸ਼ਲਿਜ਼ਮ ਨੂੰ ਕੀ ਕਹਿੰਦੇ ਆ ਅਸੀਂ? ਸਮਾਜਵਾਦ। ਤਾਂ ਇਹਦੇ ਹੋਰ ਨਾਮ ਕੀ ਨੇ? ਇਹਨੂੰ ਸੈਂਟਰਲ ਵੀ ਕਿਹਾ ਜਾਂਦਾ ਔਰ ਇਹਨੂੰ ਕਮਾਂਡ ਇਕੋਨਮੀ ਵੀ ਕਿਹਾ ਜਾਂਦਾ, ਠੀਕ ਆ। ਇਹਦੇ 'ਚ ਸਭ ਤੋਂ ਜ਼ਿਆਦਾ ਜਿਹੜਾ ਰੋਲ ਹੁੰਦਾ ਉਹ ਹੁੰਦਾ ਜਿਹੜੀ ਕੰਟਰੀ ਦੇ ਵਿੱਚ ਹੁੰਦਾ ਉੱਥੋਂ ਦੀ ਸਰਕਾਰ ਦਾ।
यानी कि ये सरकारी चीज़ां आ जांदियां ने, प्राइवेट चीज़ां बहुत रेयर होंदियां ने। ओके, ਇਹਦੀ एग्जाम्पल की सीगी रशिया। डन। ਤਾਂ ਆ ਇਹਦੇ ਬਾਰੇ ਕੁਝ ਫੈਕਟ ਨੇ। ਤਾਂ ਇਹਦੇ 'ਚ ਇਹਨਾਂ ਦਾ ਟਾਰਗੇਟ ਕੀ ਹੁੰਦਾ, ਉਹਦੇ 'ਚ ਆਪਾਂ ਦੇਖਿਆ ਸੀ ਇੱਥੇ ਟਾਰਗੇਟ ਇਹਨਾਂ ਦਾ ਸੀਗਾ ਇੱਥੇ ਸੌਰੀ ਬੱਚੇ, ਇਹਨਾਂ ਦਾ ਟਾਰਗੇਟ ਸੀਗਾ ਮੈਕਸਿਮਮ ਪ੍ਰੋਫਿਟ। ਪਰ ਜਿਹੜਾ ਆਪਾਂ ਹੁਣ ਦੇਖ ਰਹੇ ਹਾਂ ਇਹਨਾਂ ਦਾ ਟਾਰਗੇਟ ਕੀ ਆ ਇੱਥੇ, ਸੋਸ਼ਲ ਵੈਲਫੇਅਰ ਕਰਨਾ। ਹੁਣ मैं ਤੁਹਾਨੂੰ ਕੱਲ੍ਹ परसों ਦੇ ਪੋਲਿਟੀ ਦੇ ਲੈਕਚਰ ਦੇ ਵਿੱਚ ਵੈਲਫੇਅਰ ਦੇ ਬਾਰੇ ਕਰਾ ਕੇ ਹਟਿਆ ਸੀ। ਤਾਂ ਬੱਚੇ ਉਹ ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀ ਤਾਂ ਉਹ ਵੀਡੀਓ ਨੂੰ ਪਹਿਲਾਂ ਤੁਸੀਂ ਜ਼ਰੂਰ ਦੇਖ ਲਿਓ ਵੀ ਸੋਸ਼ਲ ਵੈਲਫੇਅਰ ਦੇ ਬਾਰੇ ਕਿਹੜਾ ਆਰਟੀਕਲ ਆਪਣਾ DPSP ਦੇ ਵਿੱਚ ਉਹ ਚੀਜ਼ ਕਰਵਾਈ ਸੀ ਮੈਂ ਤੁਹਾਨੂੰ। ਤਾਂ DPSP ਦੇ ਵਿੱਚ ਕਿਹੜਾ ਆਰਟੀਕਲ ਆ ਜਿਹੜਾ ਵੈਲਫੇਅਰ ਦੇ ਬਾਰੇ ਗੱਲ ਕਰਦਾ। ਇਹ MCQ ਕਰਿਆ ਸੀ ਆਪਾਂ, ਉਹਦੀ ਰਿਵੀਜ਼ਨ ਵੀ ਇਹਦੇ 'ਚ ਆਪਾਂ ਕੀਤੀ ਸੀਗੀ। ਤਾਂ ਤੁਸੀਂ ਉਹਨੂੰ ਧਿਆਨ ਦੇ ਨਾਲ ਸੁਣਿਆ ਹੋਊਗਾ। ਤਾਂ ਇਹਦੇ 'ਚ ਟਾਰਗੇਟ ਹੁੰਦਾ ਇਹਨਾਂ ਦਾ। ਬਾਕੀ ਇਹਦੇ 'ਚ ਹੁੰਦੀ ਆ ਪਲਾਨਿੰਗ ਕੌਣ ਕਰਦਾ, ਇਹਦੇ 'ਚ ਸਰਕਾਰ ਤੈਅ ਕਰਦੀ ਆ। ਤੇ ਜਿਹੜੀ ਇਹਦੇ 'ਚ ਉਹਨੂੰ ਮਤਲਬ ਕਿ ਐਡਮਿਨਿਸਟਰ ਕਰਦੀ ਆ ਉਹ ਵੀ ਸਰਕਾਰ ਕਰਦੀ ਆ। ਔਰ ਇਹਦੇ 'ਚ ਜਿਹੜਾ ਪ੍ਰਾਈਸ ਤੈਅ ਕਰਦੀ ਆ ਉਹ ਵੀ ਪੂਰਾ ਐਡਮਿਨਿਸਟ੍ਰੇਸ਼ਨ ਹੁੰਦਾ ਜਿੰਨਾ ਉਹੀ ਤੈਅ ਕਰਦਾ ਇਹਦੇ 'ਚ ਸਾਰੀ ਚੀਜ਼। ਉਹਦੇ 'ਚ ਫੋਕਸ ਕਰਦੇ ਸੀ ਉਹ ਵੈਲਥ ਕ੍ਰੀਏਸ਼ਨ ਕਰਨ 'ਤੇ, ਇਹਦੇ 'ਚ ਫੋਕਸ ਕਾਹਦੇ 'ਤੇ ਹੁੰਦਾ ਇਹਨਾਂ ਦਾ, ਐਕਸਚੇਂਜ 'ਤੇ। ਆਹ ਬੇਸਿਕ ਚੀਜ਼ਾਂ ਨੇ। ਇਹਦੇ 'ਚ ਕੰਪੀਟੀਸ਼ਨ ਵੀ ਘੱਟ ਹੁੰਦਾ, ਗਰੋਥ ਰੇਟ ਵੀ ਇਹਦੇ 'ਚ ਘੱਟ ਹੁੰਦੀ ਆ। ਤਾਂ ਇਹਦਾ ਜਿਹੜਾ ਸੀਗਾ ਐਡਮ ਸਮਿਥ ਸੀਗਾ ਕੈਪੀਟਲਿਜ਼ਮ ਦਾ। ਪਰ ਹੁਣ ਇਹਦੇ ਬਾਰੇ ਆਪਾਂ ਗੱਲ, ਇੱਕ ਰਾਈਟਰ ਹੋਰ ਯਾਦ ਕਰਨਾ ਇੱਥੇ, ਨਾਮ ਯਾਦ ਰੱਖਿਓ, ਕਾਰਲ ਮਾਰਕਸ। ਬੱਚੇ ਨਾਮ ਤਾਂ ਤੁਸੀਂ ਸਭ ਨੇ ਸੁਣਿਆ ਹੋਊਗਾ, ਐਗਜ਼ਾਮਸ ਦੇ ਵਿੱਚ ਬਹੁਤ ਵਾਰ ਇਹ ਆਉਂਦਾ। ਔਰ ਇਹ ਸੀਗਾ ਜਰਮਨ ਦਾ, ਔਰ ਉਹ ਸੀਗਾ ਸਕਾਟਲੈਂਡ ਦਾ ਜਿਹਦੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ। ਜਰਮਨ ਦਾ ਸੀਗਾ ਕਾਰਲ ਮਾਰਕਸ। ਤਾਂ ਇਹਨੇ ਇੱਕ ਬੁੱਕ ਲਿਖੀ ਸੀ ਜਿਹਦਾ ਨਾਮ ਸੀ ਦਾਸ ਕੈਪੀਟਲ। ਉਹਦੀ ਬੁੱਕ ਦਾ ਨਾਮ ਵੈਲਥ ਆਫ ਨੇਸ਼ਨ। ਆਪਣਾ ਮੈਂ ਤੁਹਾਨੂੰ ਉਹ ਤਾਂ ਪਹਿਲਾਂ ਬਹੁਤ ਵਾਰ ਕਰਵਾਈ ਵੀ ਆ ਬੱਚੇ, ਤੁਸੀਂ ਪਹਿਲਾਂ ਵਾਲੀਆਂ ਵੀਡੀਓਜ਼ ਦੇਖ ਸਕਦੇ ਹੋ। ਇਹਦੇ ਬਾਰੇ ਵੀ ਖੈਰ ਮੈਂ ਕਰਵਾਇਆ ਵਾ ਤੁਹਾਨੂੰ, ਬਟ ਫਿਰ ਵੀ ਇੱਕ ਫੈਕਟ ਤੁਹਾਨੂੰ ਮੈਂ ਦੱਸ ਦਿੰਦਾ। ਤਾਂ ਦਾਸ ਕੈਪੀਟਲ ਇਸੇ ਨੂੰ ਕਿਹਾ ਜਾਂਦਾ ਬਾਈਬਲ ਆਫ ਕੈਪੀਟਲ। ਤਾਂ ਇਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਸਰਕਾਰ ਦਾ ਕੰਟਰੋਲ ਹੋਣਾ ਚਾਹੀਦਾ, ਜਾਣੀ ਕਿ ਸੋਸ਼ਲਿਜ਼ਮ ਆ ਜਿਹੜਾ ਉਹ ਹੋਣਾ ਚਾਹੀਦਾ। ਤਾਂ ਰਸ਼ੀਆ ਅਤੇ ਹੋਰ ਦੇਸ਼ਾਂ ਨੇ ਮਿਲ ਕੇ ਇਹਨੂੰ ਅਪਣਾਉਣ ਦਾ ਯਤਨ ਕਰਿਆ। ਦੈਨ 1922 ਦੇ ਵਿੱਚ ਇਹਨਾਂ ਨੇ ਇੱਕ ਆਪਦਾ ਗਰੁੱਪ ਬਣਾਇਆ ਸੀ 15 ਦੇਸ਼ਾਂ ਦਾ। 15 ਦੇਸ਼ਾਂ ਦਾ ਇੱਕ ਗਰੁੱਪ ਬਣਾਇਆ, USSR ਬਣਾਇਆ ਸੀਗਾ ਇਹਨਾਂ ਨੇ। ਉਦੋਂ ਲੈਨਨ ਸੀਗੇ ਜਿਹੜੇ ਉਹ ਪ੍ਰੈਜ਼ੀਡੈਂਟ ਸੀਗੇ ਕਿੱਥੋਂ ਦੇ, ਰਸ਼ੀਆ ਦੇ। ਬੱਚੇ ਦੇਖੋ ਆਹ ਤਾਂ ਚੀਜ਼ਾਂ ਸੀਗੀਆਂ ਇਹਦੇ ਬਾਰੇ। ਹੁਣ ਆਪਾਂ ਇੰਡੀਆ ਦੀ ਗੱਲ ਕਰੀਏ, ਆਪਣੀ ਭਾਰਤੀ ਇਕੋਨਮੀ ਕਿਵੇਂ ਦੀ ਆ। ਜੇ ਤਾਂ ਆਪਣੀ ਭਾਰਤ ਦੀ ਇਕੋਨਮੀ ਨੂੰ ਆਪਾਂ ਟ੍ਰੇਡ ਦੇ ਅਕੋਰਡਿੰਗਲੀ ਦੇਖੀਏ, ਜਾਣੀ ਕਿ ਵਪਾਰ ਦੇ ਅਕੋਰਡਿੰਗਲੀ ਦੇਖੀਏ, ਤਾਂ ਹੈਗੀ ਆ ਓਪਨ ਇਕੋਨਮੀ। ਟ੍ਰੇਡ ਦੇ ਅਕੋਰਡਿੰਗ ਕਿਹੜੀ ਆ ਇਹ, ਓਪਨ ਇਕੋਨਮੀ ਆ। ਜੇ ਇਹਨੂੰ ਦੇਖੀਏ ਅਸੀਂ ਆਈਡੀਓਲੋਜੀ, ਵਿਚਾਰਧਾਰਾ 'ਤੇ ਬੇਸ, ਦੈਨ ਇਹ ਮਿਕਸ ਇਕੋਨਮੀ ਆ। ਕਿਉਂਕਿ ਸਾਡੇ ਸੋਸ਼ਲਿਜ਼ਮ ਵੀ ਆ ਔਰ ਸਾਡੇ ਪ੍ਰਾਈਵੇਟ ਸਿਸਟਮ ਦੋਨੇ ਹੀ ਆ ਬਾਜ਼ਾਰ ਦੇ ਵਿੱਚ। ਸਰਕਾਰੀ ਚੀਜ਼ਾਂ ਵੀ ਹੈਗੀਆਂ ਨੇ ਔਰ ਪ੍ਰਾਈਵੇਟ ਚੀਜ਼ਾਂ ਵੀ ਹੈਗੀਆਂ ਨੇ। ਜੇ ਅਸੀਂ ਦੇਖੀਏ ਇਹਨੂੰ ਡਿਵੈਲਪਮੈਂਟ ਦੇ ਆਧਾਰ 'ਤੇ, ਤਾਂ ਇਹ ਵਿਕਾਸਸ਼ੀਲ ਆ, ਮਤਲਬ ਵਿਕਸਿਤ ਨਹੀਂ ਹੈਗੀ, ਠੀਕ ਆ। ਕਿਉਂਕਿ ਇਹ ਡਿਵੈਲਪਿੰਗ ਕੰਟਰੀ ਆਪਣੀ। ਜਿਹੜੀਆਂ ਡਿਵੈਲਪਿੰਗ ਨੇ ਉਹ ਨੇ ਮਤਲਬ ਕਿ ਹਜੇ ਵਿਕਾਸ ਕਰ ਰਹੀਆਂ ਨੇ। ਜਿਹੜੀਆਂ ਡਿਵੈਲਪਡ ਨੇ ਉਹ ਹੋ ਗਈਆਂ ਜਿਨ੍ਹਾਂ ਦਾ ਵਿਕਾਸ ਹੋ ਚੁੱਕਿਆ, ਮਤਲਬ ਕਿ ਉਹਨਾਂ ਦੇ ਵਿੱਚ ਲੋਕਾਂ ਦਾ ਸਟੈਂਡਰਡ ਆ ਜਿਹੜਾ ਰਹਿਣ ਸਹਿਣ ਦਾ ਉਹ ਕਾਫੀ ਹਾਈ ਫਾਈ ਆ ਔਰ ਉਹ ਵਧੀਆ ਤਰੀਕੇ ਦੇ ਨਾਲ ਇੱਕ ਲਾਈਫ ਪਰ ਕੈਪੀਟਾ ਇਨਕਮ ਵਗੈਰਾ ਸਾਰੀਆਂ ਚੀਜ਼ਾਂ ਦੇ ਵਿੱਚ ਬਹੁਤ ਅੱਗੇ ਨੇ। ਹੁਣ ਜਿਹੜਾ ਆਪਾਂ ਐਡਮ ਸਮਿਥ ਦੀ ਗੱਲ ਕਰੀ ਸੀ, ਹੁਣ ਐਡਮ ਸਮਿਥ ਦੇ ਬਾਰੇ ਕੁਝ ਕੁ ਫੈਕਟ ਨੇ ਬੱਚੇ, ਉਹਨਾਂ ਨੂੰ ਵੀ ਨੋਟ ਕਰ ਲਓ। ਐਡਮ ਸਮਿਥ ਦੇ ਬਾਰੇ, ਇਹ ਕਿੱਥੋਂ ਦੇ ਸੀ, ਸਕਾਟਲੈਂਡ, UK, ਠੀਕ ਆ। ਇਹਨਾਂ ਨੂੰ ਫਾਦਰ ਆਫ ਇਕਨੋਮਿਕਸ ਕਿਹਾ ਜਾਂਦਾ ਕਿਉਂਕਿ ਇਹਨਾਂ ਨੇ ਇੱਕ ਬੁੱਕ ਲਿਖੀ ਹੈ 1776 ਦੇ ਵਿੱਚ, ਵੈਲਥ ਆਫ ਨੇਸ਼ਨ। ਔਰ 1776 ਦੇ ਵਿੱਚ ਹੀ ਬੱਚੇ USA ਫਰੀ ਹੋਇਆ ਸੀ ਅੰਗਰੇਜ਼ਾਂ ਤੋਂ। ਇਹ ਵੀ ਇੱਕ ਫੈਕਟ ਧਿਆਨ ਰੱਖਣਾ। ਤੇ ਜਿਹੜਾ ਕਾਰਲ ਮਾਰਕਸ ਸੀ ਉਹ ਸੀਗਾ ਜਰਮਨੀ ਦਾ, ਇਹਨਾਂ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਔਰ 1867 ਦੇ ਵਿੱਚ ਉਹਨਾਂ ਨੇ ਬੁੱਕ ਲਿਖੀ ਸੀ ਦਾਸ ਕੈਪੀਟਲ। ਪਰ ਉਹਦਾ ਜਿਹੜਾ ਓਫੀਸ਼ੀਅਲ ਟਾਈਟਲ ਸੀਗਾ ਕੋਈ ਵੀ ਬੱਚਾ ਦੱਸ ਸਕਦਾ ਹੋਵੇ। ਜਿਹੜੀ ਆਪਾਂ ਬੁੱਕ ਦੇ ਉੱਤੇ ਗੱਲ ਕਰੀ ਆ ਦਾਸ ਕੈਪੀਟਲ, ਦਾਸ ਕੈਪੀਟਲ ਦਾ ਜਿਹੜਾ ਓਫੀਸ਼ੀਅਲ ਨੇਮ ਸੀ ਉਹ ਕੋਈ ਵੀ ਬੱਚਾ ਦੱਸ ਸਕਦਾ ਹੋਵੇ ਤਾਂ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ। ਤਾਂ ਬੱਚੇ ਇਹ ਕੁਝ ਕੁ ਚੀਜ਼ਾਂ ਸੀ ਜਿਹੜੀਆਂ ਆਪਾਂ ਬੇਸਿਕ ਇਫੈਕਟ ਦੀ ਗੱਲ ਕਰੀ। ਇਸ ਤੋਂ ਬਾਅਦ ਜਦੋਂ ਆਪਾਂ ਦੇਖਦੇ ਹਾਂ ਇਸ ਤੋਂ ਬਾਅਦ ਮਾਈਕਰੋ ਐਂਡ ਮੈਕਰੋ,
ਬੱਚੇ ਇਹ ਆਪਾਂ ਕਿਸੇ ਅਗਲੀ ਕਲਾਸ ਦੇ ਵਿੱਚ ਰੱਖਾਂਗੇ ਵੀ ਮਾਈਕਰੋ ਵਿਅਕਤੀਗਤ ਇਕੋਨਮੀ ਕੀ ਹੁੰਦੀ ਆ, ਜਾਂ ਫਿਰ ਜਿਹੜੀ ਪੂਰੀ ਸਾਰੀ ਕੰਟਰੀ ਦੀ ਹੁੰਦੀ ਆ, ਜਾਂ ਫਿਰ ਵਿਸ਼ਵ ਦੀ, ਜਾਣੀ ਕਿ ਵੱਡੇ ਲੈਵਲ ਤੇ ਹੁੰਦੀ ਆ, ਉਹਨੂੰ ਮਾਈਕਰੋ ਕਹਿੰਦੇ ਆ। ਜਿਹੜੀ ਛੋਟੀ ਹੁੰਦੀ ਆ ਉਹਨੂੰ ਮਾਈਕਰੋ ਕਹਿੰਦੇ ਆ। ਇਹਨੂੰ ਆਪਾਂ ਕਿਸੇ ਹੋਰ ਕਲਾਸ ਦੇ ਵਿੱਚ ਰੱਖਾਂਗੇ, ਪਰ ਜਿਹੜਾ ਅੱਜ ਆਪਾਂ ਗੱਲ ਕਰਨੀ ਆ ਉਹਦੇ 'ਚ ਆਪਾਂ ਗੱਲ ਕਰਨੀ ਆ ਫਾਈਨੈਂਸ਼ੀਅਲ ਮਾਰਕੀਟ ਦੇ ਬਾਰੇ। ਤਾਂ ਇੰਨੀਆਂ ਕੁ ਚੀਜ਼ਾਂ ਤੁਹਾਨੂੰ ਕਲੀਅਰ ਹੋਣਗੀਆਂ। ਸੌਰੀ ਬੱਚੇ, ਹੁਣ ਦੇਖੋ ਅੱਜ ਆਪਾਂ ਗੱਲ ਕਰਨੀ ਆ ਜਿਹੜੀ ਬੇਸਿਕਲੀ ਕਲਾਸ ਦਾ ਆਪਣਾ ਟਾਰਗੇਟ ਰੱਖਿਆ, ਉਹ ਆਪਾਂ ਫਾਈਨੈਂਸ਼ੀਅਲ ਮਾਰਕੀਟ, ਇਹਦੇ ਬਾਰੇ ਗੱਲ ਕਰਨੀ ਆ। ਹੁਣ ਦੇਖੋ ਇਹਦਾ ਸਾਡੇ ਕੋਲੇ ਰੋਲ ਸਾਹਮਣੇ ਕੀ ਆਉਂਦਾ। ਦੇਖੋ ਬੱਚੇ, ਆਪਾਂ ਕਮਾਈ ਕਰਦੇ ਹਾਂ, ਕੋਈ ਵੀ ਬੰਦਾ ਉਹ ਠੀਕ ਆ, ਉਹ ਕੁਛ ਵੀ ਕਮਾਉਂਦਾ, ਤਾਂ ਜਦੋਂ ਉਹਦੀ ਹੁਣ ਮੰਨ ਲਓ ਕਮਾਈ ਹੋਈ 1000 ਰੁਪਈਆ ਉਹਨੇ ਕਮਾ ਲਿਆ, ਦੇ ਉਹਦਾ 600 ਰੁਪਈਆ ਖਰਚ ਹੋ ਗਿਆ, ਉਹਦੇ ਕੋਲੇ ਬੱਚੇ 400 ਰੁਪਈਆ। ਹੁਣ ਉਹ 400 ਰੁਪਏ ਦਾ ਕੀ ਕਰ ਸਕਦਾ? ਉਹਦੇ ਕੋਲੇ 3 ਤੋਂ 4 ਆਪਸ਼ਨਾਂ ਹੁੰਦੀਆਂ ਨੇ। ਜਾਂ ਤਾਂ 400 ਰੁਪਏ ਨੂੰ ਖੁਦ ਜੇਬ ਦੇ ਵਿੱਚ ਰੱਖੇ, ਘਰ ਦੇ ਵਿੱਚ ਰੱਖੇ, ਤਾਂ ਉਹਨੂੰ ਕੋਈ ਬੈਨੀਫਿਟ ਨਹੀਂ ਹੋਣ ਵਾਲਾ। ਜਾਂ ਉਹ ਸੋਚੇ ਤਾਂ ਉਹ 400 ਦਾ 400 ਰਹੂਗਾ, ਅੱਜ ਵੀ 400 ਆ, ਮਹੀਨੇ ਤੱਕ ਵੀ 400 ਰਹੂਗਾ, ਕਿਉਂਕਿ ਉਹਨੂੰ ਕੋਈ ਇੰਟਰਸਟ ਵਗੈਰਾ ਉਹਦੇ 'ਤੇ ਨਹੀਂ ਲੱਗ ਰਿਹਾ। ਉਹ ਘਰ ਦੇ ਵਿੱਚ ਸੈਲਫ ਵੀ ਰੱਖ ਸਕਦਾ। ਫਿਰ ਉਹ ਸੋਚੂਗਾ, ਕੋਈ ਰਾਇ ਦੇ ਦਿੰਦਾ ਵੀ ਨਹੀਂ ਤੂੰ ਉਹਨੂੰ ਬੈਂਕ ਦੇ ਵਿੱਚ ਡਿਪੋਜ਼ਿਟ ਕਰਾ ਦੇ ਅਤੇ ਉਹਦੇ 'ਤੇ ਤੇਰਾ ਵਿਆਜ ਲੱਗੂਗਾ, ਜਦੋਂ ਤੈਨੂੰ ਲੋੜ ਹੋਈ ਤੂੰ ਉਹਨੂੰ ਲੈ ਸਕਦਾ। ਤਾਂ ਉਹ ਬੈਂਕ ਦੇ ਵਿੱਚ ਡਿਪੋਜ਼ਿਟ ਕਰਾਊਗਾ, ਪਰ ਡਿਪੋਜ਼ਿਟ 'ਤੇ ਇੰਟਰਸਟ ਹੁੰਦਾ ਜਿਹੜਾ ਬਹੁਤ ਥੋੜ੍ਹਾ ਹੁੰਦਾ, ਕੋਈ 1%, 2%, 4%, 6, 8, ਬਸ ਇੱਥੇ ਤੱਕ ਹੁੰਦਾ। 6-7% ਤੋਂ ਜ਼ਿਆਦਾ ਤਾਂ ਕਿਤੇ ਇੰਟਰਸਟ ਹੁੰਦਾ ਹੀ ਨਹੀਂ, ਹੈ ਨਾ। ਤਾਂ ਉਹ ਡਿਪੋਜ਼ਿਟ ਕਰਾਊਗਾ, ਤਾਂ ਉੱਥੇ ਉਹਨੂੰ ਇੱਕ ਲਿਮਟਡ ਜਿਹਾ ਮਿਲਦਾ। ਪਰ ਇਸ ਤੋਂ ਬਾਅਦ ਜੇ ਕੋਈ ਬੰਦਾ ਥੋੜ੍ਹਾ ਜਿਹਾ ਪੜ੍ਹਿਆ ਲਿਖਿਆ ਹੋਊਗਾ, ਇਦੋਂ ਜ਼ਿਆਦਾ ਐਜੂਕੇਟਡ ਹੋਊਗਾ, ਜਿਹਨੂੰ ਇਕੋਨਮੀ ਦੇ ਬਾਰੇ ਪਤਾ ਹੋਊਗਾ, ਜਿਵੇਂ ਹੁਣ ਤੁਸੀਂ ਇਕੋਨਮੀ ਪੜ੍ਹੋਗੇ, ਅਰਥ ਸ਼ਾਸਤਰੀ ਬਣੋਗੇ, ਦੈਨ ਤੁਸੀਂ ਇਹ ਚੀਜ਼ਾਂ ਵੱਲ ਜ਼ਿਆਦਾ ਪ੍ਰੋਫਿਟ ਲਾਓਗੇ। ਓਕੇ, ਤਾਂ ਹੁਣ ਇਹਦੇ 'ਚ ਆਪਾਂ ਗੱਲ ਕਰ ਰਹੇ ਹਾਂ, ਤਾਂ ਉਹਦੇ 'ਚੋਂ ਕੀ ਕਰੂਗਾ? ਇਨਵੈਸਟ ਕਰੂਗਾ। ਕਾਹਦੇ 'ਚ? ਸ਼ੇਅਰ ਮਾਰਕੀਟ ਦੇ ਵਿੱਚ। ਮਾਰਕੀਟ ਦੇ ਵਿੱਚ ਪੈਸਾ ਲਾਉਣ ਦੀ ਸੋਚੂਗਾ। ਹੁਣ ਇਹਦੇ 'ਚ ਉਹਨੂੰ ਕੀ ਫਾਇਦਾ? ਕਿਉਂਕਿ ਜਿੱਥੇ ਉਹਨੂੰ ਘਰੇ ਰੱਖਣ ਦੇ ਨਾਲ ਉਹਨੂੰ ਕੋਈ ਫਾਇਦਾ ਨਹੀਂ ਹੋ ਰਿਹਾ, ਉਨੀ ਮਨੀ ਰਹੂਗੀ। ਜਦੋਂ ਡਿਪੋਜ਼ਿਟ ਕਰਾਊਗਾ ਤਾਂ ਉਹਨੂੰ ਤਕਰੀਬਨ 6 ਤੋਂ 7% ਤੱਕ ਪ੍ਰੋਫਿਟ ਹੋਣਾ। ਉਹ ਵੀ ਉਹਨੂੰ ਪਤਾ ਨਹੀਂ ਵੀ ਇੰਟਰਸਟ ਇੰਨਾ ਮਿਲੂਗਾ, ਕਿੰਨੇ % ਮਿਲੂਗਾ। ਪਰ ਜਿਹੜਾ ਇਨਵੈਸਟ ਕਰੂਗਾ ਮਾਰਕੀਟ ਦੇ ਵਿੱਚ, ਉਹਦੇ 'ਚ 50-50 ਚਾਂਸ ਹੁੰਦੇ ਆ। ਤਾਂ ਉਹਦੇ 'ਚ ਲਾਸ ਵੀ ਉਹਨੂੰ ਬੜਾ ਹੈਵੀ ਹੋ ਸਕਦਾ, ਪਰ ਉਹਨੂੰ ਮੁਨਾਫਾ ਵੀ 10%, 20, 50, ਈਵਨ 0.5% ਤੱਕ ਵੀ ਜਾ ਸਕਦਾ ਉਹ। ਠੀਕ ਆ, ਤਾਂ ਤੁਸੀਂ ਮਤਲਬ ਕਿ 1.5 ਗੁਣਾ ਵੱਧ ਗਿਆ ਮੁੱਲ, 2 ਗੁਣਾ ਮੁੱਲ ਵੱਧ ਗਿਆ, ਤਾਂ ਉਹ ਦੁੱਗਣਾ 50-50% 'ਤੇ ਪ੍ਰੋਫਿਟ ਵੀ ਮਿਲਦਾ ਸ਼ੇਅਰ ਮਾਰਕੀਟ ਦੇ ਵਿੱਚ। ਪਰ ਜਿੰਨਾ ਉੱਥੇ ਪ੍ਰੋਫਿਟ ਆ ਉਹਨਾਂ ਲਾਸ ਵੀ ਹੁੰਦਾ। ਤਾਂ ਫਾਈਨੈਂਸ਼ੀਅਲ ਮਾਰਕੀਟ ਇੱਥੋਂ ਹੀ ਨਿਕਲ ਕੇ ਸਾਹਮਣੇ ਆਉਂਦੀ ਆ। ਪਤਾ ਲੱਗ ਗਿਆ? ਹੁਣ ਇਹ ਫਾਈਨੈਂਸ਼ੀਅਲ ਮਾਰਕੀਟ ਮਤਲਬ ਕਿ ਸਾਰੀਆਂ ਸੇਵਿੰਗ ਸਾਡੀਆਂ ਕੱਢ ਕੇ, ਬੱਚਤ ਸਾਡੀ ਹੁੰਦੀ ਆ ਜਿਹੜੀ, ਉਹਨੂੰ ਅਸੀਂ ਕਿੱਧਰ ਘਮਾਉਣਾ ਪੈਸੇ ਨੂੰ, ਬਸ ਇਸੇ ਦੇ ਵਿੱਚ ਅਸੀਂ ਫਾਈਨੈਂਸ਼ੀਅਲ ਮਾਰਕੀਟ ਨੂੰ ਸਾਰਾ ਦੇਖਦੇ ਹਾਂ। ਤਾਂ ਹੁਣ ਇਹਦੇ 'ਚ ਕੀ ਹੁੰਦਾ? 2 ਤਰ੍ਹਾਂ ਦੀ ਹੁੰਦੀ ਆ। ਇੱਕ ਤਾਂ ਹੁੰਦੀ ਆ ਇਹ ਸ਼ਾਰਟ ਟਰਮ, ਇੱਕ ਹੁੰਦੀ ਆ ਸ਼ਾਰਟ ਟਰਮ, ਇੱਕ ਹੁੰਦੀ ਆ ਲੌਂਗ ਟਰਮ। ਸ਼ਾਰਟ ਟਰਮ ਐਂਡ ਲੌਂਗ ਟਰਮ ਹੁੰਦੀ ਆ। ਹੁਣ ਇਹ ਦੋਨੇ ਚੀਜ਼ਾਂ ਦੇ ਵਿੱਚ ਕੀ ਡਿਫਰੈਂਸ ਆ? ਹੁਣ ਜਿਹੜੀ ਤਾਂ ਸ਼ਾਰਟ ਟਰਮ ਆ ਬੱਚੇ, ਦੇਖੋ ਇਹਨਾਂ ਦੇ ਵਿੱਚ ਨਾਲ ਮੈਂ ਤੁਹਾਨੂੰ ਬਰੋਬਰ ਤਾਂ ਪਾਇਆ ਤਾਂ ਜੋ ਤੁਹਾਨੂੰ ਦੋਨਾਂ ਦੇ ਵਿਚਾਲੇ ਫਰਕ ਕਲੀਅਰ ਹੁੰਦਾ ਚੱਲੇ। ਇਹ ਤਾਂ ਹੁੰਦੀ ਆ ਤਕਰੀਬਨ 1 ਸਾਲ ਦੇ ਵਿੱਚ, ਮਤਲਬ ਅੰਡਰ 1 ਸਾਲ। ਠੀਕ ਹੈ, ਮਤਲਬ ਕਿ 1 ਸਾਲ ਦੇ ਵਿੱਚ ਇਹ ਚੀਜ਼ ਹੁੰਦੀ ਆ। ਅਤੇ ਜਿਹੜੀ ਲੌਂਗ ਟਰਮ ਵਾਲੀ ਹੁੰਦੀ ਆ, ਇਹ ਸ਼ੁਰੂ ਹੀ 1 ਤੋਂ ਹੁੰਦੀ ਆ, ਅਬਵ 1, ਜਾਂ ਫਿਰ ਮੋਰ ਇਦੋਂ ਬਾਅਦ ਕਿੰਨਾ ਵੀ ਚੱਲ ਸਕਦਾ, ਤਾਂ ਇਹਨੂੰ ਕਹਿੰਦੇ ਆ। ਹੁਣ ਜਿਹੜੀ ਸ਼ਾਰਟ ਟਰਮ ਵਾਲੀ ਆ, ਇਹਦਾ ਨਾਮ ਕੀ ਹੁੰਦਾ? ਇਹਨੂੰ ਕਹਿੰਦੇ ਨੇ ਮਨੀ ਮਾਰਕੀਟ, ਔਰ ਇਹਨੂੰ ਕਹਿੰਦੇ ਨੇ ਕੈਪੀਟਲ ਮਾਰਕੀਟ। ਦੇਖੋ ਇੱਥੇ ਤੱਕ ਤਾਂ ਇਹਦੇ 'ਚ ਕੋਈ ਰੌਲਾ ਹੀ ਨਹੀਂ। ਸ਼ਾਰਟ ਟਰਮ ਆ ਤਾਂ ਛੋਟਾ ਤਾਂ 1 ਸਾਲ ਤੋਂ ਥੱਲੇ ਆ, ਜਿਹੜਾ ਲੌਂਗ ਟਰਮ ਆ ਉਹ 1 ਸਾਲ ਤੋਂ ਉੱਪਰ ਆ। ਆਹ ਤਾਂ ਤੁਹਾਨੂੰ ਜਮਾ ਬਿਲਕੁਲ ਕਲੀਅਰ ਆ। ਹੁਣ ਆਉਂਦਾ ਵੀ ਇਹਨਾਂ ਨੂੰ ਰੈਗੂਲੇਟ ਕੌਣ ਕਰਦਾ? ਹੁਣ ਰੈਗੂਲੇਟ ਕੌਣ ਕਰਦਾ? ਰੈਗੂਲੇਟ ਇਹਨਾਂ ਨੂੰ ਤਾਂ ਰੈਗੂਲੇਟ ਕਰਦੀ ਆ RBI, ਇਹਨਾਂ ਨੂੰ ਰੈਗੂਲੇਟ ਕਰਦੀ ਆ SEBI। ਇੱਕ ਆਪਾਂ SEBI ਤੇ ਇਹਨਾਂ ਬੈਂਕਸ ਦੇ ਬਾਰੇ ਇੱਕ ਸਪੈਸ਼ਲ ਸੈਪਰੇਟ ਟੌਪਿਕ ਰੱਖਾਂਗੇ ਔਰ ਇੱਕ ਲੈਕਚਰ ਲਵਾਂਗੇ। ਤਾਂ ਤੁਹਾਨੂੰ ਮੈਂ ਉਹ ਸਾਰਿਆਂ ਦੇ ਵਿੱਚ SEBI ਦਾ ਕੀ ਕੰਮ ਆ, ਕਿਵੇਂ ਬਣੀ ਆ, ਕੀ ਗੱਲਬਾਤ ਆ, ਕਿਹੜੇ ਨੂੰ ਇਹ ਡੀਲ ਕਰਦੀ ਆ, ਠੀਕ ਆ, ਜਾਂ ਕੰਟਰੋਲ ਮੇਨਟੇਨ ਕਰਦੀ ਆ, ਤਾਂ ਉਹਦੇ 'ਚੋਂ ਸਾਰੀ ਚੀਜ਼ ਆਪਾਂ ਕਰ ਲਾਂਗੇ ਇਹਦੇ 'ਚ। ਠੀਕ ਆ, ਹੁਣ ਇਹਨਾਂ ਨੂੰ ਕੰਟਰੋਲ ਕਰਦੀ ਆ, ਰੈਗੂਲੇਟ ਕਰਦੀ ਆ RBI, ਉਹਦੇ ਨੂੰ ਕਰਦੀ ਆ SEBI। ਹੁਣ ਜਿਹੜਾ ਤਾਂ ਹੈਗਾ ਆਪਣਾ ਸ਼ਾਰਟ ਟਰਮ ਵਾਲਾ ਹੁੰਦਾ, ਇਹਦੇ 'ਚ ਬੈਂਕ ਟੂ ਬੈਂਕ ਹੀ ਹੁੰਦਾ, ਤਾਂ ਕਰਕੇ ਇਹਨੂੰ ਇੰਟਰ ਬੈਂਕ ਮਾਰਕੀਟ ਵੀ ਕਿਹਾ ਜਾਂਦਾ। ਪਰ ਜਿਹੜੀ ਆਪਣੀ ਦੂਸਰੀ ਆ ਉਹਨੂੰ SEBI ਕਰਦੀ ਆ। SEBI ਦੀ ਫੁੱਲ ਫਾਰਮ ਯਾਦ ਰੱਖਿਓ, ਸਟੇਟ ਐਕਸਚੇਂਜ ਐਂਡ ਬੋਰਡ ਆਫ ਇੰਡੀਆ। ਉਹ ਯੂਨੀਵਰਸ ਮਾਰਕੀਟ ਆ। ਹੁਣ ਆਪਾਂ ਗੱਲ ਕਰਾਂਗੇ ਉਹ ਸ਼ਾਰਟ ਟਰਮ ਦੇ ਵਿੱਚੋਂ ਕਰਨੀ ਆ। ਇਹਦੇ 'ਚ ਇੰਸਟਰੂਮੈਂਟ ਦੇਖੋ, ਇੱਕ ਸਭ ਤੋਂ ਪਹਿਲਾਂ ਇਹਦੇ 'ਚ ਇੱਕ ਇੰਪੋਰਟੈਂਟ ਸ਼ਬਦ ਆ ਹੁੰਡੀ। ਬੱਚੇ ਦੇਖੋ, ਜੇ ਤਾਂ ਤੁਸੀਂ ਕਦੇ ਕੋਈ ਧਾਰਮਿਕ ਕਿਸੇ ਸਮਾਗਮ 'ਤੇ, ਕਿਸੇ ਪ੍ਰੋਗਰਾਮ 'ਤੇ ਗਏ ਹੋਵੋ, ਜਾਂ ਫਿਰ ਤੁਸੀਂ ਕਦੇ ਕਵੀਸ਼ਰ ਸੁਣੇ ਹੋਣ, ਪੁਰਾਣੀਆਂ 12 ਢਾਡੀ ਜੱਥੇ
सुने होण जां कोई ग्रंथ कथा सुनी देखी आ ਤਾਂ ਤੁਹਾਨੂੰ ਹੁੰਡੀ ਸ਼ਬਦ ਕਲੀਅਰ ਹੋਊਗਾ। ਅੱਗੇ ਪੁਰਾਣੇ ਰਾਜੇ ਮਹਾਰਾਜਿਆਂ ਦੀਆਂ ਹੁੰਡੀਆਂ ਚੱਲਿਆ ਕਰਦੀਆਂ ਸੀ, ਜਿਵੇਂ ਕਿ ਇੱਕ ਰਾਜ ਤੋਂ ਕਿਸੇ ਹੋਰ ਸ਼ਹਿਰ ਦੇ ਵਿੱਚ ਜਾਣਾ ਜਾਂ ਕਿਤੇ ਹੋਰ ਜਾਣਾ ਹੈ ਨਾ, ਤਾਂ ਉੱਥੇ ਉਹ ਇੱਕ ਆਪਦਾ ਸਾਈਨ ਕਰਕੇ ਜਾਂ ਲਿਖ ਕੇ ਇੱਕ ਆਪਦੇ ਇਨਸਾਨੀ ਪੇਪਰ ਦਿੰਦਾ ਸੀ, ਉਹਨੂੰ ਕਹਿੰਦੇ ਸੀ ਹੁੰਡੀ। ਪੁਰਾਣਾ ਸ਼ਬਦ ਇਹ ਲਿਖ ਕੇ ਪਹਿਲਾਂ ਦਿੰਦੇ ਸੀ, ਇੱਕ ਤਰ੍ਹਾਂ ਦਾ ਐਗਰੀਮੈਂਟ ਹੁੰਦਾ ਸੀ ਇਹ। ਪਰ ਹੁਣ ਹੁੰਡੀ ਨਹੀਂ ਯੂਜ਼ ਹੁੰਦੀ, ਤਾਂ ਪੁਰਾਣੇ ਸਮਿਆਂ ਦਾ ਸ਼ਬਦ ਇਹ ਹੁੰਡੀ। ਕਈ ਵਾਰ ਤੁਹਾਨੂੰ ਫਾਈਨੈਂਸ਼ੀਅਲ ਮਾਰਕੀਟ ਪੜ੍ਹਦੇ ਹੋ ਟੌਪਿਕ, ਦੈਨ ਉਦੋਂ ਇਹਦੇ 'ਚ ਆਉਂਦਾ ਸਭ ਤੋਂ ਪਹਿਲਾਂ ਹੀ ਸਟਾਰਟਿੰਗ ਦੇ ਵਿੱਚ ਇਹ ਦੱਸਿਆ ਜਾਂਦਾ ਵੀ ਹੁੰਡੀ ਕੀ ਹੁੰਦਾ। ਤਾਂ ਹੁਣ ਤੁਹਾਨੂੰ ਹੁੰਡੀ ਸ਼ਬਦ ਕਲੀਅਰ ਹੋਊਗਾ। ਤਾਂ ਹੁਣ ਆਪਾਂ ਹੁੰਡੀ ਦੀ ਜਗ੍ਹਾ 'ਤੇ ਹੋਰ ਬਹੁਤ ਕੁਝ ਵਰਤਦੇ ਹਾਂ। ਅੱਜ ਆਪਾਂ ਸ਼ਾਰਟ ਟਰਮ ਦੇ ਬਾਰੇ ਇਹਨਾਂ ਦੇ ਵਿੱਚੋਂ ਗੱਲ ਕਰਨੀ ਹੈ। ਇਹਦੇ 'ਚ ਕੀ ਹੁੰਦਾ, ਜਿਵੇਂ ਕਿ ਇਹਦੇ 'ਚ ਆਪਣੇ ਹੁੰਦੇ ਕਮਰਸ਼ੀਅਲ ਪੇਪਰ ਹੁੰਦੇ ਆ, ਸਰਟੀਫਿਕੇਟ ਆਫ ਡਿਪੋਜ਼ਿਟ ਹੁੰਦਾ, ਟ੍ਰੇਜ਼ਰੀ ਬਿੱਲ ਹੁੰਦਾ। ਅੱਜ ਆਪਾਂ ਸਿਰਫ ਟ੍ਰੇਜ਼ਰੀ ਬਿੱਲ ਐਂਡ ਕਮਰਸ਼ੀਅਲ ਪੇਪਰ ਦੇ ਬਾਰੇ ਗੱਲ ਕਰਾਂਗੇ। ਤਾਂ ਬਾਕੀ ਚੀਜ਼ਾਂ ਬੱਚੇ ਬਾਕੀ ਅੱਜ ਬਾਹਲਾ ਆਪਾਂ ਨਹੀਂ ਛੇੜਦੇ। ਤਾਂ ਹੁਣ ਦੇਖੋ, ਇਸ ਤੋਂ ਬਾਅਦ ਅਕਾਊਂਟ ਇੱਕ ਤਾਂ ਹੁੰਦਾ ਆਪਣਾ ਕਰੰਟ ਅਕਾਊਂਟ ਹੁੰਦਾ, ਜਿਹੜਾ ਆਪਣਾ ਮਤਲਬ ਕਿ ਬੈਂਕ ਦੇ ਵਿੱਚ ਆਮ ਬੰਦੇ ਦਾ ਹੀ ਹੁੰਦਾ ਨਾ। ਇੱਕ ਕਰੰਟ ਅਕਾਊਂਟ ਹੁੰਦਾ, ਇੱਕ ਸੇਵਿੰਗ ਅਕਾਊਂਟ ਹੁੰਦਾ। ਸੇਵਿੰਗ ਵਾਲੇ ਦੇ ਵਿੱਚ ਇੰਟਰਸਟ ਵਗੈਰਾ ਮਿਲ ਜਾਂਦਾ ਅਤੇ ਕਰੰਟ ਅਕਾਊਂਟ ਦੇ ਵਿੱਚ ਨਹੀਂ ਮਿਲਦਾ। ਉਹਦਾ ਤੁਹਾਨੂੰ ਸਭ ਨੂੰ ਸਿੰਪਲ ਪਤਾ। ਪਰ ਇਹ ਤੋਂ ਬਿਨਾਂ ਦੋ ਅਕਾਊਂਟ ਹੋਰ ਨੇ ਜਿਹੜੇ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ। ਇੱਕ ਤਾਂ ਹੁੰਦਾ ਡੀਮੈਟ ਅਕਾਊਂਟ ਔਰ ਇੱਕ ਹੁੰਦਾ ਗਿਲਟ ਅਕਾਊਂਟ। ਹੁਣ ਇਹ ਦੋਨੇ ਅਕਾਊਂਟ ਕੀ ਨੇ, ਇਹਨਾਂ ਦੇ ਬਾਰੇ ਕੁਐਸਚਨ ਆ ਸਕਦਾ ਤੁਹਾਨੂੰ। ਜਿਹੜਾ ਡੀਮੈਟ ਅਕਾਊਂਟ ਹੁੰਦਾ, ਇਹਨੂੰ ਤਾਂ ਕੋਈ ਬੈਂਕ ਜਾਂ ਫਿਰ ਟਰੇਡਰ ਕੰਪਨੀ ਆ ਉਹ ਇਸ਼ੂ ਕਰਦੀ ਆ। ਜੇ ਕਿਸੇ ਨੇ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਾਉਣਾ, ਸ਼ੇਅਰ ਖਰੀਦਣੇ ਨੇ ਜਾਂ ਫਿਰ ਵੇਚਣੇ ਨੇ, ਤਾਂ ਉਹਦੇ ਲਈ ਤੁਹਾਨੂੰ ਡੀਮੈਟ ਅਕਾਊਂਟ ਚਾਹੀਦਾ। ਜਿਹੜਾ ਗਿਲਟ ਅਕਾਊਂਟ ਹੁੰਦਾ, ਇਹ ਜਿਹੜੀਆਂ ਗਵਰਨਮੈਂਟ ਸਿਕਿਉਰਿਟੀਜ਼ ਹੁੰਦੀਆਂ ਨੇ, ਜੀ ਸੈਕ ਲਿਖਿਆ ਜਾਂਦਾ ਉਹਨਾਂ ਨੂੰ, ਵੈਸੇ ਸਿਕਿਉਰਿਟੀਜ਼ ਬੋਲਦੇ ਆ, ਤਾਂ ਇਹਨਾਂ ਦੇ ਲਈ ਪਰਮਿਟਡ ਕੀਤਾ ਜਾਂਦਾ RBI ਦੇ ਦੁਆਰਾ। ਕਲੀਅਰ ਆ, ਇਹਨੂੰ ਕਹਿੰਦੇ ਆ ਗਿਲਟ ਅਕਾਊਂਟ। ਹੁਣ ਜੇ ਇਹ ਤਾਂ ਇੰਡੀਆ ਦਾ ਬੰਦਾ ਤਾਂ ਠੀਕ ਆ, RBI ਜਾਂ ਫਿਰ ਉਹਨੂੰ ਇਹੀ ਮੇਨਟੇਨ ਕਰੂਗਾ। ਪਰ ਜੇ ਕੋਈ ਬੰਦਾ ਆਪਣੇ ਭਾਰਤ ਤੋਂ ਬਾਹਰ ਦਾ ਗਾ, ਠੀਕ ਆ, ਵਿਦੇਸੀ ਆ, ਤਾਂ ਉਹਦੇ 'ਤੇ ਕਿਹੜਾ ਲੱਗਦਾ, ਫੇਮਾ 2000। ਹੁਣ ਇਹ ਫੇਮਾ 2000 ਕੀ ਆ, ਇਹ ਇੱਕ ਐਕਟ ਆ। ਇਹਦੀ ਫੁੱਲ ਫਾਰਮ ਹੈਗੀ ਆ ਫੋਰਨ ਐਕਸਚੇਂਜ ਮੈਨੇਜਮੈਂਟ ਅਥਾਰਟੀ। ਤਾਂ ਇਸ ਤੋਂ ਬਾਅਦ ਫਿਰ ਇਹ ਚੀਜ਼ ਉਹਨੂੰ ਦੇਖਦੀ ਆ, ਪਤਾ ਲੱਗ ਗਿਆ। ਹੁਣ ਜਿਹੜੇ ਸ਼ੇਅਰ ਨੇ ਉਹ ਵੀ ਬੱਚੇ ਦੋ ਤਰੀਕੇ ਦੇ ਹੁੰਦੇ ਆ। ਇੱਕ ਤਾਂ ਹੁੰਦੇ ਆ ਇੰਟਰਾਡੇ, ਜਿਹੜੇ ਕਿ ਮਤਲਬ ਕਿ ਸਵੇਰੇ ਖਰੀਦੇ ਜਾਂ ਸ਼ਾਮ ਨੂੰ ਵੇਚਣੇ ਪੈਂਦੇ ਆ, ਤਾਂ ਮਤਲਬ ਇੱਕ ਦਿਨ ਦੇ ਵਿੱਚ ਹੁੰਦਾ, ਪਰਚੇਜ਼ ਸੈਲ ਇੱਕ ਦਿਨ ਦੇ ਵਿੱਚ ਹੁੰਦੀ ਆ। ਦੂਸਰੇ ਹੁੰਦੇ ਡਿਲੀਵਰੀ ਬੇਸਿਸ। ਡਿਲੀਵਰੀ ਬੇਸਿਸ ਕੀ ਹੁੰਦੇ ਆ, ਜਿਵੇਂ ਅੱਜ ਖਰੀਦ ਲਏ, ਜਦੋਂ ਸਾਡਾ ਜੀ ਕਰੂਗਾ ਤਾਂ ਅਸੀਂ ਵੇਟ ਕਰ ਸਕਦੇ ਹਾਂ ਅਨਲਿਮਿਟਡ ਟਾਈਮ ਦੇ ਲਈ। ਸ਼ੇਅਰ ਕਿੰਨੇ ਤਰ੍ਹਾਂ ਦੇ, ਦੋ ਤਰ੍ਹਾਂ ਦੇ, ਇੰਟਰਾਡੇ ਔਰ ਡਿਲੀਵਰੀ ਬੇਸਿਸ। ਔਰ ਸ਼ੇਅਰ ਮਾਰਕੀਟ ਦੇ ਵਿੱਚ ਕੀ ਹੁੰਦਾ, ਉਹਦੇ 'ਚ ਤੁਸੀਂ ਅਖਬਾਰ ਡੇਲੀ ਪੜ੍ਹਦੇ ਹੋਵੋਗੇ। ਆਈ ਥਿੰਕ ਕੋਈ ਬੱਚਾ ਪੜ੍ਹਦਾ ਹੋਵੇ ਇਕੋਨਮੀ ਵਾਲਾ ਪੇਜ ਉਹਦੇ 'ਚੋਂ, ਤਾਂ ਉਹਦੇ 'ਚ ਇੱਕ ਭਾਲੂ ਜਾਂ ਇੱਕ ਸਾਂਢ, ਉਹਦੇ 'ਚ ਦੋ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਅਤੇ ਉਹਨਾਂ ਦੇ ਵਿੱਚ ਸ਼ਬਦ ਲਿਖੇ ਹੁੰਦੇ ਆ, ਬੁੱਲ ਜਾਂ ਫਿਰ ਬੀਅਰ। ਹੁਣ ਜਿਹੜਾ ਤਾਂ ਬੁੱਲ ਹੁੰਦਾ ਜਿਹੜਾ, ਉਹ ਸਾਂਢ ਹੁੰਦਾ, ਉਹ ਹਮੇਸ਼ਾ ਕਿਸੇ ਚੀਜ਼ ਨੂੰ ਵੀ ਟੱਕਰ ਲਾਊਗਾ, ਦੈਨ ਉਹਨੂੰ ਉੱਪਰ ਚੁੱਕ ਕੇ ਸੁੱਟੂਗਾ। ਕਦੇ ਤੁਸੀਂ ਦੇਖਿਆ ਹੋਵੇ ਬਾਜ਼ਾਰਾਂ ਦੇ ਵਿੱਚ ਸਾਂਢ ਨੇ ਜਿਹੜੇ ਆਪਸ ਦੇ ਵਿੱਚ ਉਹ ਲੜਦੇ ਰਹਿੰਦੇ ਆ, ਤਾਂ ਉਹ ਕਿਸੇ ਵੀ ਚੀਜ਼ ਨੂੰ, ਈਵਨ ਉਹ ਬਾਈਕ ਨੂੰ ਟੱਕਰ ਲਾ ਲੈਣ, ਤਾਂ ਉਹਨੂੰ ਵੀ ਉਹ ਸਿੰਗਾਂ 'ਚ ਫਸਾ ਕੇ ਉੱਪਰ ਨੂੰ ਸੁੱਟਦੇ ਆ ਚੱਕ ਕੇ। ਤਾਂ ਉਹਨੂੰ ਕਹਿੰਦੇ ਨੇ, ਤਾਂ ਕਰਕੇ ਇਹਨੂੰ ਬੁੱਲ ਕਿਹਾ ਜਾਂਦਾ। ਵੀ ਜਦੋਂ ਸ਼ੇਅਰ ਮਾਰਕੀਟ ਦੇ ਵਿੱਚ ਪੂਰਾ ਪ੍ਰੋਪਰ ਉਛਾਲ ਆਉਂਦਾ ਉੱਪਰ ਨੂੰ, ਬੁੱਲ ਵਾਂਗੂ ਕਿਸੇ ਨੇ ਚੱਕ ਕੇ ਮਾਰਕੀਟ ਨੂੰ ਉੱਪਰ ਸੁੱਟਤਾ, ਤਾਂ ਉਦੋਂ ਬੁੱਲ ਆ ਜਾਂਦਾ। ਜਿਹੜਾ ਭਾਲੂ ਹੁੰਦਾ, ਉਹ ਤੁਸੀਂ ਦੇਖਿਓ ਜਦੋਂ ਉਹ ਕਰੂਗਾ, ਉਹ ਪੈਰ ਹਮੇਸ਼ਾ ਨੀਚੇ ਨੂੰ ਮਾਰਦਾ, ਤਾਂ ਉਹ ਮਤਲਬ ਕਿ ਨੀਚੇ ਨੂੰ ਹੀ ਧੱਕਦਾ, ਤਾਂ ਉਹਨੂੰ ਕਿਹਾ ਜਾਂਦਾ ਬੀਅਰ, ਜਾਣੀ ਕਿ ਗਿਰਾਵਟ ਆ ਜਾਣੀ ਸ਼ੇਅਰ ਮਾਰਕੀਟ ਦੇ ਵਿੱਚ। ਡਨ। ਤਾਂ ਇਹ ਬੁੱਲ ਤੇ ਬੀਅਰ ਤੁਹਾਨੂੰ ਕਲੀਅਰ ਹੋ ਗਏ। ਡੀਮੈਟ ਅਕਾਊਂਟ ਤੇ ਗਿਲਟ ਅਕਾਊਂਟ ਕਲੀਅਰ ਹੋ ਗਏ। ਕਰੰਟ ਅਕਾਊਂਟ ਤੇ ਆਪਣਾ ਸੇਵਿੰਗ ਅਕਾਊਂਟ, ਇਹ ਵੀ ਤੁਹਾਨੂੰ ਕਲੀਅਰ ਹੋ ਗਿਆ। ਓਕੇ। ਔਰ ਹੁੰਡੀ ਸ਼ਬਦ ਵੀ ਕਲੀਅਰ ਹੋ ਗਿਆ। ਇੰਟਰਾਡੇ ਔਰ ਡਿਲੀਵਰੀ ਬੇਸਿਸ ਸ਼ੇਅਰ ਹੁੰਦੇ ਆ ਜਿਹੜੇ, ਤੁਹਾਨੂੰ ਇਹ ਵੀ ਕਲੀਅਰ ਹੋ ਗਏ। ਹੁਣ ਆਪਾਂ ਗੱਲ ਕਰਨੀ ਹੈ ਟ੍ਰੇਜ਼ਰੀ ਬਿੱਲ ਐਂਡ ਕਮਰਸ਼ੀਅਲ ਪੇਪਰ। ਹੁਣ ਦੇਖੋ ਬੱਚੇ, ਵੀਡੀਓ ਆਪਣੀ ਆਈ ਥਿੰਕ 20-30 ਮਿੰਟ ਦੇ ਲਵੇ ਤਾਂ ਹੋ ਹੀ ਜਾਣੀ ਆ। ਫਿਰ ਇਸ ਤੋਂ ਜ਼ਿਆਦਾ ਤਾਂ ਬੱਚੇ ਬੋਲਣਾ ਵੀ ਪੋਸੀਬਲ ਨਹੀਂ ਹੁੰਦਾ, ਕਿਉਂਕਿ ਇਸ ਤੋਂ ਬਾਅਦ ਬੱਚੇ ਨੂੰ ਦੇਖਣਾ ਵੀ ਔਖਾ ਹੋ ਜਾਂਦਾ। ਤਾਂ ਅੱਜ ਆਪਾਂ ਸਿਰਫ ਇਕੱਲਾ ਟ੍ਰੇਜ਼ਰੀ ਬਿੱਲ ਦੇ ਬਾਰੇ ਗੱਲ ਕਰਾਂਗੇ। ਓਕੇ, ਬਾਕੀ ਆਪਾਂ ਕੱਲ੍ਹ ਨੂੰ ਦੇਖਾਂਗੇ ਅਗਲੇ ਲੈਕਚਰ ਦੇ ਵਿੱਚ। ਹੁਣ ਦੇਖੋ, ਇਹਦੇ 'ਚ ਟ੍ਰੇਜ਼ਰੀ ਬਿੱਲ ਬਾਰੇ ਬੇਸਿਕ ਫੈਕਟ ਨੇ ਜਿੰਨੇ ਮੈਂ ਤੁਹਾਨੂੰ ਬਸ ਉਹ ਦੱਸ ਦੂੰਗਾ, ਵੀ ਜੇ ਤੁਹਾਨੂੰ ਇਹਦੇ ਬਾਰੇ ਕੁਐਸਚਨ ਆ ਗਿਆ, ਤੁਸੀਂ ਆਪਸ਼ਨ ਦੇਖ ਕੇ ਇਹਨੂੰ ਕਰੈਕਟ ਕਰ ਸਕੋ। ਹੁਣ ਟ੍ਰੇਜ਼ਰੀ ਬਿੱਲ ਆ, ਇਹਨੂੰ ਸ਼ਾਰਟ ਦੇ ਵਿੱਚ ਕਿਹਾ ਜਾਂਦਾ ਪਹਿਲਾਂ ਤਾਂ ਟੀ ਬਿੱਲ। ਇੱਥੋਂ ਤੱਕ ਕਲੀਅਰ ਆ। ਹੁਣ ਇਹਦਾ ਮਤਲਬ ਕੀ ਆ, ਸਰਕਾਰ ਨੇ ਪੈਸੇ ਲੈ ਕੇ ਕਾਗਜ਼ ਦੇ ਟੁਕੜੇ 'ਤੇ ਸਾਨੂੰ ਕੋਈ ਚੀਜ਼ ਲਿਖ ਕੇ ਫੜਾਤੀ, ਵੀ ਆਹ ਚੱਕੋ, ਅਸੀਂ ਤੁਹਾਨੂੰ ਕਾਗਜ਼ ਦੇ ਉੱਤੇ ਕੁਛ ਲਿਖ ਕੇ ਦੇਤਾ, ਇਹਨੂੰ ਕਿਹਾ ਜਾਂਦਾ ਟ੍ਰੇਜ਼ਰੀ ਬਿੱਲ। ਕਲੀਅਰ ਆ। ਹੁਣ ਆ ਜਾਂਦਾ ਵੀ ਇਹਨੂੰ ਇਸ਼ੂ ਕੌਣ ਕਰਦਾ, ਮਤਲਬ ਇਸ਼ੂ ਦਾ ਮਤਲਬ ਇਹਨੂੰ ਜਾਰੀ ਕੌਣ ਕਰਦਾ, ਤਾਂ ਜਾਰੀ ਇਹਨੂੰ ਕੌਣ ਕਰਦੀ ਆ, ਗਵਰਨਮੈਂਟ ਆਫ ਇੰਡੀਆ। ਪਰ ਇਹਦੀ ਬੋਲੀ ਕੌਣ ਲਾਉਂਦਾ,
ਇਹਦੇ ਗਵਰਨਮੈਂਟ ਦੇ ਬੇਸ ਤੇ ਇਹਦੀ ਬੋਲੀ ਲਾਉਂਦੀ ਆ RBI, ਰਿਜ਼ਰਵ ਬੈਂਕ ਆਫ ਇੰਡੀਆ, ਜਾਨੀ ਕਿ नीलामी। और एक गल याद रखनी है भी ट्रेजरी बिल आ जिहड़े हमेशा ये केंद्र सरकार करती आ, और जिहड़ी राज सरकार आ वो नहीं करती। ਐਵੇਂ ਦੀ ਸਟੇਟਮੈਂਟ ਚੱਲ ਜਾ ਸਕਦਾ ਤੁਹਾਨੂੰ ਟ੍ਰੇਜਰੀ ਬਿੱਲ, ਕਿਉਂਕਿ ਇਹ ਹਮੇਸ਼ਾ ਅਖਬਾਰ ਤੁਸੀਂ ਚੱਕ ਕੇ ਦੇਖਿਆ ਕਰੋ, ਉਹਦੇ 'ਚ ਚਰਚਾ ਦੇ ਵਿੱਚ ਰਹਿੰਦੇ ਆ, ਤਾਂ ਕੁਐਸਚਨ ਉੱਥੋਂ ਹੀ ਇਕੋਨਮੀ ਦਾ ਟੌਪਿਕ ਬਣਦਾ ਜਿਹੜਾ ਖਬਰਾਂ ਦੇ ਵਿੱਚ ਘੁੰਮੇ, ਕਰੰਟ ਦਾ ਟੌਪਿਕ ਬਣੇ। ਕਿਉਂਕਿ ਤੁਸੀਂ ਕੋਈ ਵੀ ਸਬਜੈਕਟ ਪੜ੍ਹੋ ਤਾਂ ਉਹਨੂੰ ਕਰੰਟ ਦੇ ਨਾਲ ਜੋੜ ਕੇ ਹੀ ਉਹਦੇ 'ਚੋਂ ਕੁਐਸਚਨ ਨੇ ਜਿਹੜੇ ਫਰੇਮ ਕੀਤੇ ਜਾਂਦੇ ਆ। ਬਸ ਹੁਣ ਇਹਦੇ 'ਚ ਆਪਾਂ ਦੇਖਣਾ ਵੀ ਇਹਨਾਂ ਦਾ ਟਨਿਓਰ ਕਿੰਨਾ ਹੁੰਦਾ ਜਾਂ ਕਿੰਨੇ ਕਿੰਨੇ ਟਾਈਮ ਦੇ ਲਈ ਹੁੰਦੇ ਆ। ਤਾਂ ਦੇਖੋ ਬੱਚੇ, ਇਹਦੇ 'ਚ ਕੀ ਹੁੰਦਾ, ਇੱਕ ਤਾਂ ਹੁੰਦਾ 91 ਦਿਨ ਦਾ, 91 ਦਿਨ, ਫਿਰ 91 ਦਾ ਦੁੱਗਣਾ ਕਰ ਦਿਓ 182 दिन, फिर 182 का दुगुना कर दो 364 दिन। आ मतलब कि बिल्कुल एंड पॉइंट है इत्थे, ये दूए ज़्यादा नहीं होंगे, ठीक है। 91 दिनों ते घट तो घट, ऊँ तो वैसे 37 दिन का भी होंदा, 36 दिन का होंदा घट तो घट, पर उन्होंने आपां ज़्यादा नहीं चलदा। 91, 182, 364 दिन आ जिहड़ा, ये तीन ने। जिहड़ा 91 दिन वाला, इहदे बारे एक पॉइंट आ भी ये वीकली बेसिस हुंदा, ये वीकली बेसिस हुंदा। ਹੁਣ देखो बच्चे, ਇਹਦੇ 'ਚ ਕੀ ਹੁੰਦਾ, ਇਹਦੇ 'ਚ ਜੇ ਪੈਸਾ ਕਿਸੇ ਨੇ ਲਾਉਣਾ, ਪੈਸਾ ਲਾਉਣਾ ਇਹਦੇ 'ਚ, ਠੀਕ ਆ, ਤਾਂ ਇਹਦੇ 'ਚ ਜਿਹੜਾ ਮਿਨੀਮਮ ਕਰੰਸੀ ਲੱਗੂਗੀ, ਮਿਨੀਮਮ ਸਟਾਰਟ ਹੁੰਦਾ 25,000 ਤੋਂ, 25,000 ਰੁਪਏ ਤੋਂ ਸਟਾਰਟ ਹੋਊਗਾ। ਔਰ ਇਸ ਤੋਂ ਬਾਅਦ ਜਿਵੇਂ ਆਪਾਂ ਕਹਿ ਦਈਏ ਵੀ 5, ਪਹਿਲਾਂ ਤੁਸੀਂ 5 ਤੋਂ ਸ਼ੁਰੂ ਕਰਨਾ, ਫਿਰ ਤੁਸੀਂ ਪੁੱਛਿਆ ਵੀ ਜੇ 5 ਘੱਟੋ ਘੱਟ ਆ, ਮੇਰੇ ਕੋਲ ਪੈਸਾ ਜ਼ਿਆਦਾ, ਤਾਂ ਮੈਂ ਜ਼ਿਆਦਾ ਕਿੰਨਾ ਲਾ ਸਕਦਾ, ਤਾਂ 5 ਦਾ ਟੇਬਲ ਲਗਾਤਾਰ ਚੱਲੂਗਾ, 5 ਤੋਂ 10, 5 ਨਹੀਂ 10, 15, 20, 25, 35, 30 ਜਿਵੇਂ ਮਤਲਬ ਕਿ ਕੰਟੀਨਿਊ ਤੱਕ ਚੱਲੂਗਾ। ਹੁਣ ਐਵੇਂ 25,000 ਤੋਂ ਸਟਾਰਟ ਕਰਕੇ 25,000 ਦਾ ਟੇਬਲ ਅੱਗੇ ਕੰਟੀਨਿਊ ਜਾਂ ਫਿਰ ਇਹਦਾ ਮਲਟੀਪਲ ਅੱਗੇ ਚੱਲੂਗਾ। ਜਿਵੇਂ 25,000 ਤੋਂ ਬਾਅਦ 50,000, 50,000 ਤੋਂ ਬਾਅਦ 75, 75 ਤੋਂ ਬਾਅਦ ਐਵੇਂ 1 ਲੱਖ। ਤਾਂ ਐਵੇਂ ਇਹਦੇ 'ਚ ਜਿਹੜਾ ਮਿਨੀਮਮ ਕੀਮਤ ਇਹਦੀ ਜਿਹੜੀ ਉਹ ਤੈਅ ਹੁੰਦੀ ਆ। ਫਿਰ ਆਉਂਦਾ ਵੀ ਇੱਕ ਵਾਰੀ 'ਚ ਇਹ ਕਿੰਨੇ ਇਸ਼ੂ ਕਰ ਸਕਦੀ ਆ, ਇੱਕ ਵਾਰੀ ਦੇ ਵਿੱਚ 100 ਕਰੋੜ ਦੇ ਜਾਰੀ ਹੋ ਸਕਦੇ ਨੇ ਇਹ ਜਿਹੜੇ ਟੀ ਬਿੱਲ ਨੇ। ਟੀ ਬਿੱਲ ਕਿਹੜੇ ਆ? ਟ੍ਰੇਜਰੀ ਬਿੱਲ। ਓਕੇ, ਹੁਣ ਆਉਂਦਾ ਵੀ ਇਹਦੇ 'ਤੇ ਕੀ ਇੰਟਰਸਟ ਮਿਲਦਾ, ਇਹਦੇ 'ਤੇ ਕੋਈ ਇੰਟਰਸਟ ਨਹੀਂ ਮਿਲਦਾ। ਤਾਂ ਹੁਣ ਤੁਸੀਂ ਕਹੋਗੇ ਫਿਰ ਲੋਕਾਂ ਦਾ ਕੀ ਦਿਮਾਗ ਹੱਲਿਆ ਵੀ ਮਤਲਬ ਕਿ ਇਹਨੂੰ ਕਿਉਂ ਲੈਂਦੇ ਆ ਉਹ, ਕਿਉਂਕਿ ਇੰਟਰਸਟ ਤਾਂ ਇਹਦੇ ਮਿਲਦਾ ਨਹੀਂ। ਪਰ ਇਹਦੇ 'ਚ ਬੱਚੇ ਮਿਲਦਾ ਹਮੇਸ਼ਾ ਇਹ ਡਿਸਕਾਊਂਟ 'ਤੇ, ਇਹਦੇ ਡਿਸਕਾਊਂਟ 'ਤੇ ਦਿੱਤਾ ਜਾਂਦਾ। ਜਿਵੇਂ ਟ੍ਰੇਜਰੀ ਬਿੱਲ ਦੀ ਕੀਮਤ ਹੈਗੀ ਆ 100 ਰੁਪਏ, ਪਰ ਉਹ ਤੁਹਾਨੂੰ ਦਿੱਤਾ ਜਾਊਗਾ 98, 97, 95, ਮਤਲਬ ਕਿ ਉਹਦੀ ਜਿੰਨੀ ਵੈਲਿਊ ਆ ਉਹਦੇ ਨਾਲੋਂ ਤੁਹਾਨੂੰ ਘਟਾ ਕੇ ਦਿੱਤਾ ਜਾਊਗਾ। ਹਮੇਸ਼ਾ ਇਹ ਕਾਹਦੇ 'ਤੇ ਮਿਲਦਾ? ਡਿਸਕਾਊਂਟ ਦੇ ਉੱਤੇ ਮਿਲਦਾ। ਤਾਂ ਕਰਕੇ ਇਹਦੇ 'ਚ ਬੈਨੀਫਿਟ ਇਹੀ ਚੀਜ਼ ਦਾ ਹੋ ਜਾਂਦਾ। ਪਰ ਇਹਦੇ 'ਚ ਯਾਦ ਰੱਖਿਓ ਵੀ ਇਹਦੇ 'ਚ ਪ੍ਰੋਫਿਟ ਨਹੀਂ ਹੁੰਦਾ, ਨੋ ਇੰਟਰਸਟ, ਸੌਰੀ ਪ੍ਰੋਫਿਟ ਤਾਂ ਹੁੰਦਾ ਪਰ ਇੰਟਰਸਟ ਨਹੀਂ ਹੁੰਦਾ। ਜ਼ੀਰੋ ਕੂਪਨ ਸਿਕਿਉਰਿਟੀ ਹੁੰਦੀ ਆ, ਨੋ ਇੰਟਰਸਟ ਆ, ਡਿਸਕਾਊਂਟ ਪ੍ਰੋਫਿਟ ਹੋ ਜਾਂਦਾ। ਔਰ ਇੱਕ ਇਹਦਾ ਯੀਲਡ ਕੱਢਣ ਦਾ ਫਾਰਮੂਲਾ ਹੁੰਦਾ ਇਹਦੇ 'ਚ, ਠੀਕ ਆ। ਕਿਵੇਂ ਹੁੰਦਾ ਉਹ? F minus P upon P into 365 upon D into 100। ਬਸ ਬੱਚੇ ਆ ਦੇਖ ਲਓ, ਤੁਸੀਂ ਬਸ ਰੱਟਾ ਮਾਰ ਲਿਓ ਇਹਨੂੰ। ਵੈਸੇ ਤੁਹਾਨੂੰ ਆਉਣਾ ਤਾਂ ਹੈ ਨਹੀਂ ਵੀ ਤੁਸੀਂ ਇਹਨੂੰ ਫਾਰਮੂਲਾ ਤੁਹਾਨੂੰ ਆ ਜਾਏ, ਬਟ ਮੇਰਾ ਕੰਮ ਸੀ ਹੁਣ ਤੁਹਾਨੂੰ ਕਰਵਾਉਣਾ, ਤਾਂ ਤੁਸੀਂ ਕਹਿਣਾ ਸੀ। ਹੁਣ ਇਹਦੇ 'ਚ ਇੱਕ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ, ਜਿਵੇਂ ਕਿ ਕੋਈ 91 ਦਿਨਾਂ ਦਾ ਬੌਂਡ ਆ, ਠੀਕ ਆ, 91 ਦਿਨਾਂ ਦਾ ਬੌਂਡ ਹੀ ਹੁੰਦਾ, ਟ੍ਰੇਜਰੀ ਬਿੱਲ ਆ। ਤਾਂ ਇਹਦੀ ਫੇਸ ਵੈਲਿਊ ਹੈਗੀ ਆ 100 ਰੁਪਏ, ਓਕੇ। ਅਤੇ ਇਹਦੇ 'ਚ ਡਿਸਕਾਊਂਟ 'ਤੇ ਤੁਹਾਨੂੰ ਮਿਲ ਗਿਆ ਹੈ 98 ਰੁਪਏ ਦਾ। ਹੁਣ ਇਹ ਕਿਵੇਂ ਨਿਕਲੂਗਾ? ਫੇਸ ਵੈਲਿਊ 100 ਰੱਖਦੀ ਤੁਸੀਂ, ਇਸ ਤੋਂ ਬਾਅਦ 98 ਦੈਨ 98, ਪੀ ਦੀ ਵੈਲਿਊ 98 ਆ, ਜਾਣੀ ਕਿ ਪੀ ਦਾ ਫੋਰ ਮਤਲਬ ਪਰਚੇਜ਼ ਵੈਲਿਊ ਆ, ਐਫ ਦੇ ਫੇਸ ਵੈਲਿਊ ਆ। ਤਾਂ 365 ਤੁਸੀਂ ਐਜ਼ ਇਟ ਲਾ ਦੇਣਾ। ਆ ਜਿਹੜਾ ਡੀ ਆ, ਇਹਦੇ ਡੀ ਦੀ ਜਗ੍ਹਾ 'ਤੇ ਆ ਬਿੱਲ ਦੀ ਡਿਊਰੇਸ਼ਨ ਕਿੰਨੀ ਆ। ਤਾਂ ਇਹਦੇ 'ਚ ਡਿਊਰੇਸ਼ਨ ਕਿੰਨੀ ਆ? ਆਪਾਂ ਕਿੰਨੇ ਦਿਨ ਵਾਲਾ? ਇਹ 91 ਦਿਨ ਵਾਲਾ ਗਾ। ਹੁਣ ਇਹਦੀ ਪਰਸੈਂਟੇਜ ਵਗੈਰਾ ਕੱਢ ਰਹੇ ਹਾਂ, ਦੈਨ ਆਪਾਂ ਗੁਣਾ 100 ਲਾਵਾਂਗੇ। ਹੁਣ ਇਹ ਸਾਰਾ ਕੁਛ ਇਹਦਾ ਕੱਟ ਕਟਾਈਆ ਕਰਕੇ ਇਹ ਤੁਹਾਨੂੰ ਆ ਜਾਊਗਾ 8.19%। ਤਾਂ ਐਵੇਂ ਟ੍ਰੇਜਰੀ ਬਿੱਲ ਦਾ ਜਿਹੜਾ ਹਿਸਾਬ ਕਿਤਾਬ ਕੀਤਾ ਜਾਂਦਾ ਉਹ ਇਹਨਾਂ ਦੇ ਦੁਆਰਾ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ। ਡਨ। ਹੁਣ ਦੇਖੋ, ਹੁਣ ਇਹਦੀ ਆਪਾਂ ਬੈਕਗਰਾਊਂਡ ਦੀ ਗੱਲ ਕਰ ਲਈਏ ਥੋੜ੍ਹੀ ਜਿਹੀ। ਭਾਰਤ ਦੇ ਵਿੱਚ ਇਹ ਕਦੋਂ ਸਟਾਰਟ ਹੁੰਦਾ? ਭਾਰਤ ਦੇ ਵਿੱਚ ਸਟਾਰਟ ਹੋਇਆ ਸੀ ਬ੍ਰਿਟਿਸ਼ ਟਾਈਮ ਦੇ ਵਿੱਚ। ਬਹੁਤ ਚੀਜ਼ਾਂ ਨੇ ਜਿਹੜੀਆਂ ਆਪਣੇ ਅੰਗਰੇਜ਼ ਹੀ ਦੇ ਕੇ ਗਏ ਆ, ਤਾਂ ਬ੍ਰਿਟਿਸ਼ ਟਾਈਮ ਤੋਂ ਇਹ ਆਪਣੇ ਇੰਡੀਆ ਦੇ ਵਿੱਚ ਸਟਾਰਟ ਹੋਇਆ। ਕਦੋਂ? 1917। ਮਤਲਬ ਕਿ 1917, 1914 ਤੋਂ ਲੈ ਕੇ 18 ਤੱਕ ਦੂਸਰਾ ਵਿਸ਼ਵ ਯੁੱਧ ਚੱਲ ਰਿਹਾ ਸੀ, ਕਿਉਂਕਿ 18 ਦੇ ਵਿੱਚ ਯੁੱਧ ਦਾ ਅੰਤ ਹੋਇਆ। ਤਾਂ ਇਹਦਾ ਮਤਲਬ ਉਦੋਂ ਦੂਸਰਾ ਵਿਸ਼ਵ ਯੁੱਧ ਪਹਿਲਾ ਵਿਸ਼ਵ ਯੁੱਧ ਲੱਗਿਆ ਹੋਇਆ ਸੀ। ਤਾਂ ਦੂਸਰਾ ਵਿਸ਼ਵ ਯੁੱਧ ਕਦੋਂ ਹੋਇਆ? ਕਿੰਨੇ ਸਾਲ ਹੋਇਆ?
ਤਾਂ ਉਹਦੇ ਬਾਰੇ ਬੱਚੇ ਤੁਸੀਂ ਦੱਸ ਸਕਦੇ ਹੋ ਕਮੈਂਟ ਕਰਕੇ, ਤੁਹਾਡੀ ਨੌਲੇਜ ਚੈੱਕ ਹੋ ਜਾਣੀ ਆ, ਤਾਂ ਨਾਲੇ ਪਤਾ ਲੱਗ ਜੂ ਵੀ ਕਿਹੜਾ ਬੱਚਾ ਕਿੰਨੇ ਧਿਆਨ ਦੇ ਨਾਲ ਦੇਖਦਾ। ਬਾਕੀ ਬੱਚੇ ਵੀਡੀਓ ਪਸੰਦ ਆ ਰਹੀ ਆ ਤਾਂ ਤੁਸੀਂ ਸਮਝ ਵੀ ਤੁਹਾਨੂੰ ਲੱਗ ਰਿਹਾ, ਵੀਡੀਓ ਨੂੰ ਚੱਲਦੇ ਦੌਰਾਨ ਹੁਣੇ ਲਾਈਕ ਕਰ ਦਿਓ, ਔਰ ਚੈਨਲ ਜਿਹੜੇ ਨਵੇਂ ਨੇ ਸਬਸਕ੍ਰਾਈਬ ਕਰ ਦਿਓ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਤੋਂ ਅੱਗੇ ਸ਼ੇਅਰ ਕਰੋ, ਤਾਂ ਜੋ ਅਸੀਂ ਤੁਹਾਡੇ ਲਈ ਕੰਟੈਂਟ ਹੋਰ ਇੱਕ ਬਿਹਤਰੀਨ ਤਰੀਕੇ ਦੇ ਨਾਲ ਮੋਟੀਵੇਟ ਹੋ ਕੇ ਲੈ ਕੇ ਆਈਏ। ਤਾਂ 1917 ਦੇ ਵਿੱਚ ਉਦੋਂ ਭਾਰਤ ਸਰਕਾਰ ਨੇ 1 ਰੁਪਏ ਦਾ ਨੋਟ ਜਾਰੀ ਕੀਤਾ ਸੀ, 1 RS ਦਾ ਨੋਟ। ਤਾਂ ਮਤਲਬ ਉਦੋਂ ਇਹਨੇ ਕਿਹਾ ਸੀ ਨਾ ਵੀ ਸਰਕਾਰ ਦਾ ਉੱਤੇ ਸਾਈਨ ਹੁੰਦਾ ਸੀ, ਭਾਰਤ ਸਰਕਾਰ ਦਾ ਬਣਿਆ ਵਾ, ਤਾਂ ਉੱਥੇ ਟ੍ਰੇਜਰੀ ਬਿੱਲ ਦੀ ਜਿਹੜੀ ਸਟਾਰਟ ਆਪਣੇ ਸ਼ੁਰੂਆਤ ਹੋਈ ਸੀ। ਬਾਕੀ 1997 ਦੇ ਵਿੱਚ ਗਵਰਨਮੈਂਟ ਨੇ 14 ਦਿਨਾਂ ਦਾ ਵੀ ਕਰਤਾ ਸੀਗਾ ਇਹ ਵੈਸੇ ਫੈਕਟ ਹੈ, ਤਾਂ ਆਉਣਾ ਤਾਂ ਚਾਂਸ ਹੈ ਨਹੀਂ। 1997 ਦੇ ਵਿੱਚ 14 ਡੇਜ਼ ਦਾ ਵੀ ਕਰਤਾ ਸੀ ਗਵਰਨਮੈਂਟ ਨੇ, ਬਸ ਇਹ ਫੈਕਟ ਆ ਜੇ ਤਾਂ ਤੁਹਾਡੀ ਕਿਸਮਤ ਆ, ਵੈਸੇ ਕੋਈ ਆਉਣ ਦੇ ਚਾਂਸ ਤਾਂ ਇਹਦੇ ਹੈ ਨਹੀਂ ਕਿ ਵੀ ਇਹ ਚੀਜ਼ ਤੁਹਾਨੂੰ ਪੁੱਛ ਲੈਣ। ਇਸ ਤੋਂ ਬਾਅਦ ਇਹਨੂੰ ਕੌਣ ਪਰਚੇਜ਼ ਕਰ ਸਕਦਾ? ਕੋਈ ਬੰਦਾ ਉਹ ਵੀ ਖਰੀਦ ਸਕਦਾ, ਕੋਈ ਫਰਮ ਆ ਉਹ ਵੀ ਲੈ ਸਕਦੀ ਆ, ਟਰਸਟ ਆ ਉਹ ਵੀ ਇਹਨੂੰ ਖਰੀਦ ਸਕਦਾ, ਜਾਂ ਕੋਈ ਇੰਸਟੀਟਿਊਸ਼ਨ ਆ ਉਹ ਵੀ ਇਹਨੂੰ ਲੈ ਸਕਦਾ। ਤਾਂ ਬੱਚੇ ਟ੍ਰੇਜਰੀ ਬਿੱਲ ਦੇ ਬਾਰੇ ਜਿੰਨੇ ਪੁਆਇੰਟ ਤੁਹਾਨੂੰ ਫੈਕਟ ਬਣ ਸਕਦੇ ਸੀ। ਬਾਕੀ ਜਿਨ੍ਹਾਂ ਨੇ ਇਹਦੇ ਬਾਰੇ ਜ਼ਿਆਦਾ ਡਿਟੇਲ 'ਚ ਦੇਖਣਾ, ਤੁਸੀਂ ਗੂਗਲ 'ਤੇ ਟ੍ਰੇਜਰੀ ਬਿੱਲ 2022 ਕਰ ਦਿਓ, ਤੁਹਾਨੂੰ RBI ਦੀ ਸਾਈਟ ਮਿਲ ਜੂਗੀ, ਉਹਦੇ 'ਤੇ ਇਹਨਾਂ ਦੀ ਪੂਰੀ ਨਿਲਾਮੀ 91 ਦੇ ਨਾਲੇ ਕਿੰਨੇ ਦੇ ਕੀਤੇ ਆ, ਔਰ ਇਸ ਤੋਂ ਬਾਅਦ 182 ਦੇ ਨਾਲੇ 364 ਦੇ ਨਾਲੇ, ਤਾਂ ਵਿਦ ਤਰੀਕ ਆਊਗੀ। ਤਾਂ ਉਹਦੇ 'ਤੇ ਆਈ ਥਿੰਕ ਲਾਸਟ 30 ਮਾਰਚ ਦਾ ਸ਼ਾਇਦ ਕੀਤਾ ਹੋਇਆ, ਉਹਦੇ 'ਤੇ 23 ਮਾਰਚ ਤੋਂ ਬਾਅਦ 30 ਮਾਰਚ, ਤਾਂ ਐਵੇਂ ਹਫਤਾ ਬੇਸ ਉਹਦੇ 'ਤੇ ਦਿਖਾਏ ਵੇ ਨੇ ਵੀ ਮਤਲਬ ਕਿ ਕਿਹੜੇ ਕਿੰਨੇ ਦੇ। 91 ਵਾਲਿਆਂ ਦਾ ਅੱਡ ਟੋਟਲ ਕੀਤਾ ਵਾ, ਉਹ ਦੂਸਰਿਆਂ ਦਾ ਅਲੱਗ ਕੀਤਾ ਵਾ, ਉਹਦਾ ਅਲੱਗ ਕੀਤਾ ਵਾ। ਉਹ ਫੈਕਟ ਆ ਬੱਚੇ, ਫੈਕਚੁਅਲ ਡਾਟਾ ਹਮੇਸ਼ਾ ਚੇਂਜ ਹੁੰਦਾ ਰਹਿੰਦਾ, ਤਾਂ ਕਰਕੇ ਉਹਨੂੰ ਕਲਾਸ ਦੇ ਵਿੱਚ ਡਿਸਕਸ ਨਹੀਂ ਕੀਤਾ ਜਾਂਦਾ। ਕੋਈ ਬੱਚਾ ਅੱਜ ਵੀਡੀਓ ਦੇਖ ਰਿਹਾ, ਕੋਈ ਕੱਲ੍ਹ ਨੂੰ ਦੇਖੂਗਾ, ਕੋਈ ਮਹੀਨੇ ਨੂੰ ਦੇਖੂਗਾ, ਦੈਨ ਉਹ ਫਿਰ ਇਹਦੇ 'ਚ ਕਨਫਿਊਜ਼ ਹੀ ਹੋਈ ਜਾਊਗਾ। ਕਈ ਵਾਰ ਉਸੇ ਨੂੰ ਨੋਟ ਕਰ ਲੈਂਦੇ ਆ, ਫਿਰ ਉਹ ਕਰੰਟ ਦੇ ਵਿੱਚ ਉਹ ਚੀਜ਼ ਜਾ ਕੇ ਉਹਦੀ ਥੋੜ੍ਹੀ ਜਿਹੀ ਗਲਤ ਹੋ ਜਾਂਦੀ ਆ। ਤਾਂ ਕਰਕੇ ਇਹ ਜਿਹੀਆਂ ਚੀਜ਼ਾਂ ਹੁੰਦੀਆਂ, ਇਹ ਤੁਸੀਂ ਖੁਦ ਚੈੱਕ ਕਰਨੀਆਂ ਹੁੰਦੀਆਂ ਥੋੜ੍ਹੀਆਂ ਜਿਹੀਆਂ, ਮਤਲਬ ਕਿ ਵੀ ਹੁਣ ਕੀ ਚੱਲ ਰਿਹਾ, ਜਦੋਂ ਦੀ ਕਲਾਸ ਆ ਉਦੋਂ ਕੀ ਚੱਲ ਰਿਹਾ ਸੀ। ਤਾਂ ਹੁਣ ਟ੍ਰੇਜਰੀ ਬਿੱਲ ਦੇ ਬਾਰੇ ਆਪਾਂ ਗੱਲ ਕਰ ਲਈ, ਇਸ ਤੋਂ ਬਾਅਦ ਆਪਾਂ ਕਮਰਸ਼ੀਅਲ ਪੇਪਰ ਦੇ ਬਾਰੇ ਗੱਲ ਕਰਾਂਗੇ, ਔਰ ਇਸ ਤੋਂ ਬਾਅਦ ਜਿੰਨਾ ਤੁਹਾਨੂੰ ਇਕੋਨਮੀ ਦੇ ਵਿੱਚ ਬੱਚੇ ਇੰਪੋਰਟੈਂਟ ਟੌਪਿਕ ਫੈਕਟ ਹੋਣਗੇ, ਮੈਂ ਸਾਰੇ ਤੁਹਾਨੂੰ ਐਗਜ਼ਾਮ ਤੋਂ ਪਹਿਲਾਂ ਕੋਸ਼ਿਸ਼ ਕਰੂੰਗਾ ਵੀ ਲਾਈਟ ਰਹਿਣ ਲੱਗ ਜੇ ਪ੍ਰੋਪਰ। ਆਪਾਂ ਕਲਾਸਾਂ ਨੇ ਜਿਹੜੀਆਂ ਦਿਨ ਦੇ ਵਿੱਚ 4 ਤੋਂ 5 ਕਲਾਸਿਸ ਨੇ ਜਿਹੜੀਆਂ 30 35 ਮਿੰਟ ਦੀਆਂ ਤੋਂ ਰੱਖ ਕੇ ਆਪਣਾ ਜਿਹੜਾ ਸਿਲੇਬਸ ਆ ਉਹਨੂੰ ਡਨ ਕਰ ਦਈਏ। ਤਾਂ ਇਸ ਤੋਂ ਬਾਅਦ ਅੱਜ ਆਪਾਂ ਜਿਵੇਂ ਕਿ ਪਹਿਲਾਂ ਮੈਥ ਦੀ ਸੀ ਸੈਟ ਦੀ ਕਰੀ ਆ, ਹੁਣ ਆਪਾਂ ਇਕੋਨਮੀ ਦੀ ਕਰ ਲਈ। ਇਸ ਤੋਂ ਬਾਅਦ ਇੱਕ ਸ਼ਾਮ ਨੂੰ ਪੋਲਿਟੀ ਦੀ ਵੀ ਰੱਖਾਂਗੇ, ਔਰ ਕੱਲ੍ਹ ਨੂੰ ਆਪਾਂ ਹਿਸਟਰੀ ਅਤੇ ਜਿਓਗ੍ਰਾਫੀ ਔਰ ਆਈ ਥਿੰਕ ਕਰੰਟ ਦੀ ਜਾਂ ਫਿਰ ਇਕੋਨਮੀ ਦੀ, ਤਾਂ ਉਹਦੇ ਨੂੰ ਰੱਖ ਲਾਂਗੇ। ਠੀਕ ਆ, ਤਾਂ ਐਵੇਂ 3 ਕਲਾਸਾਂ 4 ਕਰਕੇ ਇੱਕ ਦਿਨ ਆਪਾਂ ਰੀਜ਼ਨਿੰਗ ਦੀ ਰੱਖਾਂਗੇ, ਔਰ ਸੰਡੇ ਨੂੰ ਫਿਰ ਆਪਾਂ ਓਵਰਆਲ ਸਾਰਿਆਂ ਦੇ ਵਿੱਚੋਂ ਕੁਐਸਚਨ ਮਿਲਾ ਕੇ ਇੱਕ ਟੈਸਟ ਰੱਖਾਂਗੇ। ਓਕੇ, ਤਾਂ ਇਹ ਬੱਚੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਆਪਾਂ ਪ੍ਰੋਪਰ ਲੈ ਕੇ ਚੱਲਣਾ। ਇਹ ਨਹੀਂ ਹੈਗਾ ਵੀ ਆਪਾਂ ਕਿਸੇ ਇੱਕ ਚੀਜ਼ 'ਤੇ ਜ਼ਿਆਦਾ ਜ਼ੋਰ ਦੇ ਦਈਏ। ਤਾਂ ਹੁਣ ਅਗਰ ਬੱਚੇ ਵੀਡੀਓ ਤੁਹਾਨੂੰ ਵਾਕਈ ਪਸੰਦ ਆਈ ਆ, ਤੁਹਾਨੂੰ ਇਕੋਨਮੀ ਦੇ ਵਿੱਚ ਕੋਈ ਚੀਜ਼ ਨਵੀਂ ਸਿੱਖਣ ਨੂੰ ਮਿਲੀ ਆ, ਜਾਂ ਜਿੰਨਾ ਮੈਂ ਤੁਹਾਨੂੰ ਸਿਖਾਉਣਾ ਚਾਹਿਆ ਤੁਹਾਨੂੰ ਇਹ ਚੀਜ਼ਾਂ ਬਿਲਕੁਲ ਕਲੀਅਰ ਹੋ ਗਈਆਂ, ਤਾਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਤੋਂ ਅੱਗੇ ਸਾਂਝਾ ਕਰੋ, ਔਰ ਸਾਡੇ ਟੈਲੀਗ੍ਰਾਮ ਨੂੰ ਬੱਚੇ ਜੁਆਇਨ ਕਰੋ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਬਾਕੀ ਬੱਚੇ ਪਲੇਟਫਾਰਮ ਆਪਣਾ ਨਵਾਂ ਗਾ, ਤਾਂ ਕਰਕੇ ਕੋਈ ਚੀਜ਼ ਇੱਧਰ ਉੱਧਰ ਦੀ ਹੁੰਦੀ ਆ ਉਹਨੂੰ YouTube ਵੀ ਪ੍ਰਮੋਟ ਕਰਦਾ, ਅੱਗੇ ਤੋਂ ਅੱਗੇ ਜ਼ਿਆਦਾ ਉਹ ਚੀਜ਼ ਜ਼ਿਆਦਾ ਦੇਖੀ ਜਾਂਦੀ ਆ। ਬਟ ਆਪਣਾ ਚੈਨਲ ਸਟੱਡੀ ਨੂੰ ਕੋਈ ਪੇਪਰ ਵਾਲਾ ਹੀ ਦੇਖੂਗਾ, ਤਾਂ ਕਰਕੇ ਆਪਣਾ ਚੈਨਲ ਅੱਗੇ ਹਜੇ ਫਿਰ ਵੀ ਤੁਹਾਡੀ ਸਪੋਰਟ ਆ, ਤਾਂ ਆਪਣੇ 700 ਸਬਸਕ੍ਰਾਈਬਰ ਹੋਣ ਵਾਲੇ ਆ। ਤਾਂ ਬੱਚੇ ਜਲਦ ਤੋਂ ਜਲਦ ਆਪਣੇ ਸਬਸਕ੍ਰਾਈਬਰ ਨੇ ਜਿਹੜੇ ਤੁਸੀਂ ਵਧਾਓ, ਤਾਂ ਜੋ ਆਪਣਾ ਚੈਨਲ ਵੀ ਅੱਗੇ ਸੁਰਖੀਆਂ ਦੇ ਵਿੱਚ ਆਇਆ ਕਰੇ। ਕੋਈ ਵੀ ਸਰਚ ਵੱਜੇ ਦੈਨ ਆਪਣਾ ਚੈਨਲ ਅੱਗੇ ਆਉਣਾ ਚਾਹੀਦਾ, ਤਾਂ ਤੁਹਾਡਾ ਕੰਟੈਂਟ ਤੁਹਾਡੇ ਤੱਕ ਅਸੀਂ ਪ੍ਰੋਪਰ ਪ੍ਰੋਵਾਈਡ ਕਰਵਾ ਸਕੀਏ, ਜਿਹੜਾ ਕਿ ਤੁਹਾਨੂੰ ਐਗਜ਼ਾਮ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਹੋਵੇ, ਔਰ ਬਾਕੀਆਂ ਨੂੰ ਵੀ ਇਹ ਚੈਨਲ ਦਾ ਬੈਨੀਫਿਟ ਹੋ ਸਕੇ। ਵੀਡੀਓ ਦੇਖਣ ਲਈ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ। ਬਣੇ ਰਹੋ ਚੈਨਲ ਪ੍ਰੀਤ ਐਜੂਕੇਸ਼ਨ 'ਤੇ।